ਸ਼ੂਗਰ ਦਾ ਮਿੱਠੇ ਖਾਣ ਦੇ ਨਾਲ ਕੋਈ ਸੰਬੰਧ ਹੈ? ਜਿਵੇਂ ਆਮ ਕਰਕੇ ਕਹਿੰਦੇ ਜਿਹੜੇ ਲੋਕ ਜ਼ਿਆਦਾ ਮਿੱਠਾ ਖਾਂਦੇ ਆ ਉਹਨਾਂ ਨੂੰ ਸ਼ੂਗਰ ਹੋ ਜਾਂਦੀ ਹੈ, ਕੀ ਇਹ ਧਾਰਨਾ ਠੀਕ ਹੈ ਜੀ? ਕਿ ਮਿੱਠੇ ਨਾਲ ਐਕਚੁਅਲੀ ਵਿੱਚ ਸ਼ੂਗਰ ਦਾ ਆਪਣਾ ਡਾਇਬੀਟੀਜ਼ ਦਾ ਕੋਈ ਸੰਬੰਧ ਨਹੀਂ ਹੈਗਾ। ਜੇ ਅਸੀਂ ਉਹ ਜਿਹੜਾ ਮਿਠਾਸ ਹੈਗੀ ਜੇ ਉਹ ਫਲ ਵਿੱਚ ਆਪਾਂ ਛਕ ਰਹੇ ਹਾਂ ਤਾਂ ਸਾਨੂੰ ਡਾਇਬੀਟੀਜ਼ ਨਹੀਂ ਹੋਏਗੀ, ਬਲਕਿ ਜੇ ਡਾਇਬੀਟੀਜ਼ ਹੋਊਗੀ ਤਾਂ ਠੀਕ ਹੋ ਜਾਏਗੀ। ਮੇਰੇ ਇੱਕ ਪੇਸ਼ੈਂਟ ਸੀਗੇ ਪੰਜਾਬ ਵਿੱਚ, ਉਹਨਾਂ ਦੀ ਉਮਰ ਲਗਭਗ 62 ਸਾਲ ਦੀ ਸੀਗੀ ਤੇ ਉਹਨਾਂ ਨੂੰ ਫੋਨ ਆਇਆ ਮੈਨੂੰ ਕਿ ਭਈ ਮੈਨੂੰ ਸ਼ੂਗਰ ਹੋਈ ਆ ਤੇ ਚੈੱਕ ਕਰਾਇਆ ਤੇ ਪਤਾ ਨਹੀਂ 450 500 ਤੱਕ ਪਹੁੰਚੀ ਹੋਈ ਹੈ ਨਾ। ਮੈਂ ਉਹਨਾਂ ਨੂੰ ਪੂਰੀ ਡਾਈਟ ਐਕਸਪਲੇਨ ਕਰਤੀ ਕਿ ਵੀ ਤੁਸੀਂ ਹੁਣ ਇੱਦਾਂ ਡਾਈਟ ਫੋਲੋ ਕਰਨੀ ਆ ਤੇ ਤੁਸੀਂ ਠੀਕ ਹੋ ਜਾਣਾ। 1 ਮਹੀਨੇ ਬਾਅਦ ਉਹਨਾਂ ਦਾ ਮੈਨੂੰ ਆਇਆ ਫੋਨ। ਮੈਂ ਕਿਹਾ ਕੀ ਕੀਤਾ ਤੁਸੀਂ, ਕਿੱਦਾਂ ਠੀਕ ਹੋਏ? ਕਹਿੰਦੇ ਮੈਂ ਤਾਂ ਬਿਲਕੁਲ ਠੀਕ ਹੋ ਗਿਆ, 126 ਦੇ ਆਸ-ਪਾਸ ਮੇਰੀ ਸ਼ੂਗਰ ਆਉਣ ਲੱਗ ਪਈ ਹੈ ਹੁਣ। ਮੈਂ ਕਿਹਾ ਕਿੱਦਾਂ? ਕਹਿੰਦੇ ਮੈਂ ਸਵੇਰੇ ਸੈਰ ਕਰਨ ਜਾਂਦਾ ਸੀ, ਵਾਪਸ ਆ ਕੇ ਲਗਭਗ 1 ਕਿਲੋ ਅੰਬ ਖਾਂਦਾ ਸੀਗਾ ਤੇ ਮੈਂ ਫਿਰ ਠੀਕ ਹੋ ਗਿਆ। ਮੈਂ ਕਿਹਾ ਵਾਹ ਕਮਾਲ ਦੀ ਗੱਲ ਹੈ ਇਹ ਤਾਂ। ਕਈ ਵਾਰੀ ਆਮ ਕਰਕੇ ਕਹਿੰਦੇ ਆ ਵੀ ਇਹਦੀ ਸ਼ੂਗਰ ਘਟ ਗਈ ਹੈ। ਇਹਦਾ ਜਿਹੜਾ ਮਾਪਦੰਡ ਹੈ ਉਹਨੂੰ ਤੈਅ ਕੌਣ ਕਰਦਾ ਹੈ ਵੀ ਵਾਕਈ ਹਾਂਜੀ ਇਹ ਲੈਵਲ ਠੀਕ ਹੈ? ਵੀ ਵਾਕਈ ਕੋਈ ਐਸੀ ਏਜੰਸੀ ਜਾਂ ਕੋਈ ਐਸੀ ਸੰਸਥਾ ਹੈਗੀ ਆ ਜਿਹੜੀ ਇਸ ਮਾਪਦੰਡ ਨੂੰ ਤੈਅ ਕਰਦੀ ਹੋਵੇ? ਆਪਾਂ 1979 ਦੀ ਗੱਲ ਕਰੀਏ ਤਾਂ ਲੋਕਾਂ ਨੂੰ ਪਤਾ ਸੀਗਾ ਕਿ ਬਹੁਤ ਜ਼ਿਆਦਾ ਸ਼ੂਗਰ ਖੂਨ ਵਿੱਚ ਹੋਣਾ ਸਾਡੇ ਵਾਸਤੇ ਠੀਕ ਨਹੀਂ ਹੈਗਾ, ਇਹ ਬਿਮਾਰੀ ਹੀ ਹੈਗੀ ਆ, ਪਰ ਆંકੜਾ ਨਹੀਂ ਸੀਗਾ ਉਸ ਵੇਲੇ। ਸੋ ਨੈਸ਼ਨਲ ਡਾਇਬੀਟੀਜ਼ ਡੇਟਾ ਗਰੁੱਪ ਨੇ ਉਸ ਵੇਲੇ ਇੱਕ ਆંકੜਾ ਦਿੱਤਾ 200 mg ਪਰ ਡੈਸੀਲੀਟਰ ਦਾ, ਤੇ ਉਹਨਾਂ ਨੇ ਕਿਹਾ ਜੇ ਤੁਹਾਡੀ 200 ਤੱਕ ਹੈਗੀ ਤਾਂ ਤੁਸੀਂ ਨਾਰਮਲ ਸ਼ੂਗਰ ਰੇਂਜ ਵਿੱਚ ਹੋ ਗਏ ਹੋ, ਤੁਹਾਨੂੰ ਜ਼ਿਆਦਾ ਮੈਡੀਸਿਨਸ ਦੀ ਲੋੜ ਨਹੀਂ ਹੈਗੀ ਆ। ਫਿਰ ਹੋਇਆ ਕਿ 2003 ਵਿੱਚ ਆਪਣਾ ਇਹ ਅਮਰੀਕਨ ਡਾਇਬੀਟੀਜ਼ ਐਸੋਸੀਏਸ਼ਨ ਨੇ ਫਿਰ ਕਿਹਾ ਕਿ 126 ਸਾਨੂੰ ਜ਼ਿਆਦਾ ਲੱਗ ਰਿਹਾ ਆ, 100 ਹੋਣਾ ਚਾਹੀਦਾ ਹੈ। ਜੇ 100 ਤੋਂ ਥੱਲੇ ਤੁਹਾਡਾ ਹੈਗਾ ਸ਼ੂਗਰ ਲੈਵਲ ਤਾਂ ਤੁਸੀਂ ਨਾਰਮਲ ਹੈਗੇ, ਲੇਕਿਨ 100 ਤੋਂ 126 ਦੇ ਵਿਚਕਾਰ ਹੈ ਤਾਂ ਮਤਲਬ ਹੈ ਕਿ ਪ੍ਰੀ ਡਾਇਬੀਟੀਜ਼। ਹੁਣ ਨਵਾਂ ਇਹ ਸ਼ਬਦ ਘੜ ਲਿਆ ਗਿਆ ਕਿ ਜੇ ਤੁਹਾਨੂੰ 126 ਤੋਂ ਥੱਲੇ ਹੈਗੀ ਤਾਂ ਪ੍ਰੀ ਡਾਇਬੀਟੀਜ਼ ਹੈ, ਯਾਨੀ ਤੁਹਾਨੂੰ ਡਾਇਬੀਟੀਜ਼ ਹੋਣ ਵਾਲੀ ਹੈ। ਸੋ ਇੱਕ ਸ਼ਬਦ ਹੋਰ ਲੈ ਲਿਆ, 3 ਆંકੜੇ ਉਹਨਾਂ ਨੇ ਘੜ ਲਏ ਗਏ। ਸੋ ਇਹ ਕਿਉਂ ਕੀਤਾ? ਕਿਉਂਕਿ ਜਿੰਨੇ ਜ਼ਿਆਦਾ ਆંકੜੇ ਘਟਾਓ ਜਾਓਗੇ ਉਨੇ ਹੀ ਤੁਸੀਂ ਦਵਾਈਆਂ ਨੂੰ ਜ਼ਿਆਦਾ ਵੇਚ ਪਾਓਗੇ। ਕਿਉਂਕਿ ਜੇ ਮੰਨ ਲਓ ਆਪਾਂ ਨੂੰ ਡਾਇਬੀਟੀਜ਼ ਦੀ ਦਵਾਈਆਂ ਨੂੰ ਵੇਚਣਾ ਹੈਗਾ ਤੇ ਸਾਡੇ ਕੋਲ ਡਾਇਬੀਟੀਜ਼ ਦੇ ਪੇਸ਼ੈਂਟ ਵੀ ਹੋਣੇ ਚਾਹੀਦੇ ਨੇ, ਲੇਕਿਨ ਰਾਤੋਂ ਰਾਤ ਅਗਰ ਡਾਇਬੀਟੀਜ਼ ਦੇ ਪੇਸ਼ੈਂਟ ਬਣਾਉਣੇ ਆ ਤਾਂ ਕਿੱਦਾਂ ਬਣਾਈਏ? ਤਾਂ ਸਭ ਤੋਂ ਸੌਖਾ ਤਰੀਕਾ ਕਿ ਆંકੜਿਆਂ ਨੂੰ ਹੀ ਘਟਾ ਦਿਓ। ਜਿਵੇਂ ਕਿ ਮੰਨ ਲਓ ਕਿ ਜਿਸ ਦਿਨ ਉਹਨਾਂ ਨੇ ਕਿਹਾ ਕਿ 200 ਦਾ ਹੈਗਾ, 200 ਦਾ ਜਦ 126 ਦਾ ਲੈ ਆਏ ਤੇ ਰਾਤੋਂ ਰਾਤ ਹੀ ਅੱਧੀ ਜਨਤਾ ਦਾ ਡਾਇਬੀਟੀਜ਼ ਦੀ ਪੇਸ਼ੈਂਟ ਹੀ ਬਣ ਗਈ ਨਾ। ਵੀ ਤੁਹਾਡੀ ਇਨਫੋਰਮੇਸ਼ਨ ਦਾ ਜੇ ਸੋਰਸ ਅਸੀਂ ਮੰਨ ਲਈਏ, ਕੋਈ ਬੰਦਾ 200 ਤੇ ਸ਼ੂਗਰ ਲੈ ਕੇ ਜਾਂਦਾ ਤਾਂ ਉਹ ਇਸ ਨੂੰ ਕਿਵੇਂ ਸੱਚ ਮੰਨ ਲੇ ਵੀ ਇਹ ਗੱਲ ਬਿਲਕੁਲ ਸੱਚ ਹੈ? ਜੇ ਬੰਦੇ ਦੀ ਆ ਜਾਂਦੀ ਹੈ ਸ਼ੂਗਰ ਕਿ ਵੀ 120 ਦੇ ਆਸ-ਪਾਸ ਹੈ ਨਾ, ਤੇ ਉਹ ਕਹਿੰਦੇ ਤੁਸੀਂ ਡਾਇਬੀਟਿਕ ਤਾਂ ਨਹੀਂ ਪਰ ਤੁਸੀਂ ਪ੍ਰੀ ਡਾਇਬੀਟਿਕ ਹੈਗੇ ਆ, ਤੁਹਾਨੂੰ ਡਾਇਬੀਟੀਜ਼ ਹੋਣ ਵਾਲੀ ਹੈ, ਤਾਂ ਤੁਸੀਂ ਇਹ ਸ਼ੂਗਰ ਦੀ ਗੋਲੀਆਂ ਖਾਣੀ ਸ਼ੁਰੂ ਕਰ ਦਿਓ। ਹੁਣ ਹੋਏਗਾ ਕਿ ਉਹ ਇੱਕ ਗੋਲੀ ਤੋਂ ਸ਼ੁਰੂ ਹੋਏਗਾ ਕੰਮ, ਲੇਕਿਨ ਪ੍ਰਵਿਰਤੀ ਕੀ ਹੈਗੀ ਕਿ ਉਸ ਦਵਾਈ ਦੇ ਨਾਲ ਸ਼ੂਗਰ ਕੰਟਰੋਲ ਨਹੀਂ ਹੋਣ ਵਾਲੀ। ਉਹ ਸ਼ੂਗਰ ਥੋੜੇ ਟਾਈਮ ਬਾਅਦ ਫਿਰ ਵਧੂਗੀ, ਫਿਰ ਇੱਕ ਡੋਜ਼ ਹੋਰ ਐਡ ਹੋ ਜਾਊਗੀ, ਥੋੜੇ ਟਾਈਮ ਬਾਅਦ ਫਿਰ ਹੋਰ ਵਧੂਗੀ, ਫਿਰ ਇੱਕ ਹੋਰ ਡੋਜ਼ ਐਡ ਹੋ ਜਾਊਗੀ। ਫਿਰ ਜੇ ਡਾਕਟਰ ਕੋਲ ਜਾਓਗੇ ਤਾਂ ਉਹ ਕਹੂਗਾ ਕਿ ਚਲੋ ਦਵਾਈਆਂ ਨਾਲ ਅਜੇ ਕੰਮ ਨਹੀਂ ਚੱਲ ਰਿਹਾ, ਹੁਣ ਇੰਜੈਕਸ਼ਨ ਲਗਾਉਣਾ ਪਊਗਾ, ਤੇ ਇੰਜੈਕਸ਼ਨ ਇਨਸੂਲਿਨ ਦੇ ਲੱਗਣੇ ਸ਼ੁਰੂ ਹੋ ਜਾਣਗੇ। ਤੇ ਜਦ ਉਹ ਪਹਿਲੀ ਗੋਲੀ ਤੋਂ ਕੰਮ ਸ਼ੁਰੂ ਹੋਇਆ ਸੀ ਤੇ ਮਰਦੇ ਦਮ ਤੱਕ ਆਪਾਂ ਉਹ ਫਿਰ ਇੰਜੈਕਸ਼ਨ ਤੇ ਆ ਜਾਵਾਂਗੇ ਤੇ ਕਦੀ ਇਲਾਜ ਦਾ ਹੋਣ ਨਹੀਂ ਲੱਗਾ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਵਾਇਆ ਜਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਸਮਾਜ ਦੇ ਵਿੱਚ ਜਦੋਂ ਅਸੀਂ ਵਿਚਰਦੇ ਹਾਂ, ਹਰ ਬੰਦਾ ਸਾਨੂੰ ਕਿਸੇ ਨਾ ਕਿਸੇ ਰੋਗ ਦੇ ਨਾਲ ਪੀੜਿਤ ਦੁਖੀ ਨਜ਼ਰ ਆਉਂਦਾ ਹੈ, ਤੇ ਉਹ ਦੁੱਖ ਦੇ ਉਹਦੇ ਕਈ ਕਾਰਨ ਹੋ ਸਕਦੇ। ਕਈ ਵਾਰੀ ਉਸ ਦੇ ਮਨੋਰੋਗ ਹੁੰਦੇ ਨੇ, ਕਈ ਵਾਰੀ ਉਸ ਨੂੰ ਸਰੀਰਕ ਰੋਗਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਅੱਜ ਦੇ ਸਮੇਂ ਦੇ ਅੰਦਰ ਪੂਰੇ ਸੰਸਾਰ ਦੇ ਅੰਦਰ ਸ਼ੂਗਰ, ਜਿਹਨੂੰ ਡਾਇਬੀਟੀਜ਼ ਕਹਿੰਦੇ ਆ, ਉਹ ਬਹੁਤ ਜ਼ਿਆਦਾ ਇਹ ਬਿਮਾਰੀ ਹੈ। ਅੱਜ ਅਸੀਂ ਇਸ ਬਿਮਾਰੀ ਦੀ ਬਾਬਤ ਗੱਲਬਾਤ ਕਰਦੇ ਹਾਂ। ਕੈਨੇਡਾ ਤੋਂ ਮੇਰੇ ਵੀਰ ਨੇ, ਹੈਲਥ ਐਕਸਪਰਟ ਨੇ, ਕਾਫੀ ਵਧੀਆ ਜਾਣਕਾਰੀ ਇਹ ਲੋਕਾਂ ਨੂੰ ਸੇਵਾ ਦੇ ਤੌਰ ਤੇ ਪ੍ਰੋਵਾਈਡ ਕਰਦੇ ਨੇ। ਮੇਰੀ ਮੁਰਾਦ ਹੈ ਕਮਲਪ੍ਰੀਤ ਸਿੰਘ ਜੀ ਨਾਲ। ਹਾਂਜੀ, ਸਰਦਾਰ ਕਮਲਪ੍ਰੀਤ ਸਿੰਘ ਜੀ ਖਾਲਸਾ। ਪੰਜਾਬੀ ਲੋਕ ਚੈਨਲ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ ਜੀ, ਕੀ ਹਾਲ ਚਾਲ ਹੈ ਤੁਹਾਡਾ ਜੀ? ਸ਼ੁਕਰ ਹੈ ਜੀ ਗੁਰੂ ਸਾਹਿਬ ਦਾ। ਹਾਂਜੀ ਭਾਈ ਸਾਹਿਬ, ਅੱਜ ਦੇ ਸਮੇਂ ਦੇ ਵਿੱਚ ਡਾਇਬੀਟੀਜ਼, ਸ਼ੂਗਰ ਰੋਗ ਬਹੁਤ ਜ਼ਿਆਦਾ ਹੈ। ਸਮਾਜ ਦੇ ਵਿੱਚ, ਪੂਰੇ ਸੰਸਾਰ ਦੇ ਵਿੱਚ ਹਰ ਬੰਦਾ ਲਗਭਗ ਦੁਖੀ ਨਜ਼ਰ ਆਉਂਦਾ। ਤੁਸੀਂ ਕੀ ਕਾਰਨ ਮੰਨਦੇ ਹੋ ਇਸ ਰੋਗ ਦਾ? ਡਾਇਬੀਟੀਜ਼ ਜੋ ਹੈ ਇਹ ਕੋਈ ਬਿਮਾਰੀ ਆਪਣੇ ਆਪ ਵਿੱਚ ਨਹੀਂ ਹੈਗੀ, ਇਹ ਇੱਕ ਮੈਡੀਕਲ ਕੰਡੀਸ਼ਨ ਹੈਗੀ। ਮੈਡੀਕਲ ਕੰਡੀਸ਼ਨ ਯਾਨੀ ਕਿ ਐਕਚੁਅਲੀ ਵਿੱਚ ਡਾਇਬੀਟੀਜ਼ ਮੀਨਸ ਕਿ ਸ਼ੂਗਰ ਜਿਹੜਾ ਹੈਗਾ ਜਿੰਨਾ ਨਾਰਮਲ ਰੇਂਜ ਹੁੰਦਾ ਹੈ ਉਸ ਤੋਂ ਜ਼ਿਆਦਾ ਹੋ ਜਾਣਾ। ਮਤਲਬ ਕਿ ਸਾਡੀ ਬੋਡੀ ਵਿੱਚ ਸ਼ੂਗਰ ਹੋਣੀ ਚਾਹੀਦੀ ਹੈ। ਹੁਣ ਸ਼ੂਗਰ ਕਿਉਂ ਹੋਣੀ ਚਾਹੀਦੀ ਹੈ? ਕਿਉਂਕਿ ਜਿਵੇਂ ਆਪਾਂ ਹੁਣ ਗੱਲਾਂ ਕਰ ਰਹੇ ਹਾਂ, ਆਪਾਂ ਇੱਕ ਦੂਜੇ ਨੂੰ ਵੇਖ ਰਹੇ ਹਾਂ, ਆਪਾਂ ਇੱਕ ਦੂਜੇ ਨੂੰ ਸੁਣ ਰਹੇ ਹਾਂ, ਬੋਲ ਰਹੇ ਹਾਂ, ਤੇ ਉਹਦੇ ਵਾਸਤੇ ਸਾਡੀ ਬੋਡੀ ਵਿੱਚ ਊਰਜਾ ਚਾਹੀਦੀ ਹੈ, ਐਨਰਜੀ ਚਾਹੀਦੀ ਹੈ। ਹੁਣ ਇਹ ਐਨਰਜੀ ਕਿੱਥੋਂ ਆਉਂਦੀ ਹੈ? ਆਉਂਦੀ ਹੈ ਸ਼ੂਗਰ ਵਿੱਚੋਂ। ਅਸੀਂ ਜਿਹੜਾ ਖਾਣਾ ਖਾਂਦੇ ਹਾਂ ਉਹਦੇ ਵਿੱਚ ਸ਼ੂਗਰ ਸਾਡੀ ਬੋਡੀ ਵਿੱਚ ਜਾਂਦੀ ਹੈ। ਬੋਡੀ ਜੇ ਹਰ ਹਿੱਸੇ ਵਿੱਚ ਪਹੁੰਚਦੀ ਹੈ, ਉੱਥੇ ਜਾ ਕੇ ਉਹਨੂੰ ਬਰਨ ਕਰਕੇ ਐਨਰਜੀ ਬਣਾਈ ਜਾਂਦੀ ਹੈ।
ਲੇਕਿਨ ਉਹਨੂੰ ਪਹੁੰਚਾਉਣ ਦਾ ਕੰਮ ਜਿਹੜਾ ਹੁੰਦਾ ਹੈ ਇਨਸੂਲਿਨ ਦਾ ਹੁੰਦਾ ਹੈ। ਇਹ ਇਨਸੂਲਿਨ ਨਾਮ ਦਾ ਜਿਹੜਾ ਹਾਰਮੋਨ ਹੁੰਦਾ ਹੈ ਸਾਡੀ ਬਾਡੀ ਦੀ ਆਰਗਨ ਜਿੱਥੇ ਇਨਸੂਲਿਨ ਦੀ ਫੈਕਟਰੀ ਹੈਗੀ ਜਿਹਨੂੰ ਪੈਨਕ੍ਰੀਆਸ ਕਿਹਾ ਜਾਂਦਾ ਹੈ ਉੱਥੇ ਜੀ। ਬਣਦਾ ਹੈਗਾ। ਹੁਣ ਇਸ ਇਨਸੂਲਿਨ ਦਾ ਕੰਮ ਹੈਗਾ ਉਸ ਸ਼ੂਗਰ ਨੂੰ ਬਲੱਡ ਵਿੱਚ ਜਿੱਥੇ ਲੋੜ ਹੈਗੀ ਉੱਥੇ ਪਹੁੰਚਾਉਣਾ। ਹੁਣ ਜਦ ਇਨਸੂਲਿਨ ਦੀ ਪ੍ਰੋਡਕਸ਼ਨ ਠੀਕ ਤਰੀਕੇ ਨਾਲ ਨਹੀਂ ਹੁੰਦੀ ਜਾਂ ਫਿਰ ਇਨਸੂਲਿਨ ਉਹਨਾਂ ਪ੍ਰੋਡਿਊਸ ਨਹੀਂ ਹੋ ਪਾਉਂਦਾ ਜਿੰਨਾ ਉਹਨੂੰ ਟਰਾਂਸਪੋਰਟ ਕਰਨ ਵਾਸਤੇ ਸ਼ੂਗਰ ਨੂੰ ਚਾਹੀਦਾ ਹੈ, ਤਾਂ ਕੀ ਹੁੰਦਾ ਹੈ ਸਾਡੇ ਖੂਨ ਦੇ ਵਿੱਚ ਸ਼ੂਗਰ ਦੀ ਮਾਤਰਾ ਇੱਕ ਨਾਰਮਲ ਰੇਂਜ ਤੋਂ ਜ਼ਿਆਦਾ ਹੋਣ ਲੱਗ ਪੈਂਦੀ ਹੈ। ਇਹਨੂੰ ਹੀ ਡਾਇਬੀਟੀਜ਼ ਕਿਹਾ ਜਾਂਦਾ ਹੈ। ਕੀ ਸ਼ੂਗਰ ਦਾ ਮਿੱਠੇ ਖਾਣ ਦੇ ਨਾਲ ਕੋਈ ਸੰਬੰਧ ਹੈ? ਜਿਵੇਂ ਆਮ ਕਰਕੇ ਕਹਿੰਦੇ ਜਿਹੜੇ ਲੋਕ ਜ਼ਿਆਦਾ ਮਿੱਠਾ ਖਾਂਦੇ ਆ ਉਹਨਾਂ ਨੂੰ ਸ਼ੂਗਰ ਹੋ ਜਾਂਦੀ ਹੈ। ਕੀ ਇਹ ਧਾਰਨਾ ਠੀਕ ਹੈ ਜੀ? ਇਸ ਧਾਰਨਾ ਵਿੱਚ ਸਾਨੂੰ ਸਮਝਣ ਵਾਲੀ ਚੀਜ਼ ਇਹ ਆ ਕਿ ਮਿੱਠੇ ਨਾਲ ਐਕਚੁਅਲੀ ਵਿੱਚ ਸ਼ੂਗਰ ਦਾ ਆਪਣਾ ਡਾਇਬੀਟੀਜ਼ ਦਾ ਕੋਈ ਸੰਬੰਧ ਨਹੀਂ ਹੈਗਾ। ਰੀਜ਼ਨ ਬੀਇੰਗ ਜੇ ਅਸੀਂ ਉਹ ਜਿਹੜਾ ਮਿਠਾਸ ਹੈਗੀ ਜੇ ਉਹ ਫਲ ਵਿੱਚ ਆਪਾਂ ਛਕ ਰਹੇ ਹਾਂ ਤਾਂ ਸਾਨੂੰ ਡਾਇਬੀਟੀਜ਼ ਨਹੀਂ ਹੋਏਗੀ, ਬਲਕਿ ਜੇ ਡਾਇਬੀਟੀਜ਼ ਹੋਊਗੀ ਤਾਂ ਠੀਕ ਹੋ ਜਾਏਗੀ। ਪਰ ਅਗਰ ਉਹ ਮਿਠਾਸ ਜਿਹੜੀ ਹੈਗੀ ਰਿਫਾਈਨਡ ਚਾਕਲੇਟ ਦੇ ਰੂਪ ਵਿੱਚ ਹੈਗੀ ਜਾਂ ਕਿਸੇ ਟ੍ਰੋਪਿਕਾਨਾ ਜਾਂ ਇਸ ਤਰ੍ਹਾਂ ਦੀ ਬਾਹਰ ਦੀ ਡਰਿੰਕ ਵਿੱਚ ਹੈਗੀ ਹੈ, ਤੇ ਕਿਉਂਕਿ ਉਹ ਰਿਫਾਈਨਡ ਹੈ ਪ੍ਰੋਸੈਸਡ ਹੈ ਇਸ ਕਰਕੇ ਉਹਦੀ ਜਿਹੜੀ ਮਿਠਾਸ ਹੈਗੀ ਐਕਚੁਅਲੀ ਉਹਦੇ ਵਿੱਚ ਡਾਇਆਕਸਿਨ ਲਾਈਕ ਸਬਸਟੈਂਸ ਹੈਗੇ, ਉਹਦੇ ਵਿੱਚ ਆਪਣਾ ਲਿਵਿੰਗ ਐਂਜ਼ਾਈਮਸ ਨਹੀਂ ਹੈਗੇ। ਅੰਦਰ ਜਾ ਕੇ ਉਹ ਕਿਤੇ ਨਾ ਕਿਤੇ ਸਾਨੂੰ ਟੌਕਸਿਨਸ ਬਾਡੀ ਵਿੱਚ ਕ੍ਰੀਏਟ ਕਰਨਗੇ ਜਿਹੜੀ ਸਾਡੀ ਪੈਨਕ੍ਰੀਆਸ ਦੀ ਫੰਕਸ਼ਨਿੰਗ ਨੂੰ ਜਾਂ ਓਵਰਆਲ ਸਾਡੀ ਬਾਡੀ ਦੀ ਫੰਕਸ਼ਨਿੰਗ ਨੂੰ ਹਾਰਮ ਕਰਨਗੇ। ਐਜ਼ ਅ ਰਿਜ਼ਲਟ ਉਹਦੇ ਨਾਲ ਸਾਡੀ ਡਾਇਬੀਟੀਜ਼ ਵਧਣ ਦੇ ਚਾਂਸ ਹੈਗੇ ਆ। ਪਰ ਜੇ ਅਸੀਂ ਨੈਚੁਰਲ ਫਾਰਮ ਵਿੱਚ ਸ਼ੂਗਰ ਖਾ ਰਹੇ ਹਾਂ ਜਿਵੇਂ ਕਿ ਮੈਂਗੋਜ਼ ਹੋ ਗਏ, ਅੰਬ ਹੋ ਗਏ, ਆਮ ਕਿਹਾ ਜਾਂਦਾ ਹੈ ਕਿ ਅੰਬ ਨਹੀਂ ਖਾ ਸਕਦੇ ਤੁਸੀਂ ਅਗਰ ਤੁਹਾਨੂੰ ਡਾਇਬੀਟੀਜ਼ ਹੈ। ਪਰ ਮੈਂ ਜੀ। ਤੁਹਾਨੂੰ ਦੱਸਦਾ ਹਾਂ ਮੇਰੇ ਇੱਕ ਪੇਸ਼ੈਂਟ ਸੀਗੇ ਪੰਜਾਬ ਵਿੱਚ, ਉਹਨਾਂ ਦੀ ਉਮਰ ਲਗਭਗ 62 ਸਾਲ ਦੀ ਸੀਗੀ ਤੇ ਉਹਨਾਂ ਨੂੰ ਫੋਨ ਆਇਆ ਮੈਨੂੰ ਕਿ ਭਈ ਮੈਨੂੰ ਸ਼ੂਗਰ ਹੋਈ ਆ ਤੇ ਚੈੱਕ ਕਰਾਇਆ ਤੇ ਪਤਾ ਨਹੀਂ 450 500 ਤੱਕ ਪਹੁੰਚੀ ਹੋਈ ਹੈ ਨਾ। ਮੈਂ ਉਹਨਾਂ ਨੂੰ ਪੂਰੀ ਡਾਈਟ ਐਕਸਪਲੇਨ ਕਰਤੀ ਕਿ ਵੀ ਤੁਸੀਂ ਹੁਣ ਇੱਦਾਂ ਡਾਈਟ ਫੋਲੋ ਕਰਨੀ ਆ ਤੇ ਤੁਸੀਂ ਠੀਕ ਹੋ ਜਾਣਾ। 1 ਮਹੀਨੇ ਬਾਅਦ ਉਹਨਾਂ ਦਾ ਮੈਨੂੰ ਆਇਆ ਫੋਨ। ਮੈਂ ਕਿਹਾ ਕੀ ਕੀਤਾ ਤੁਸੀਂ, ਕਿੱਦਾਂ ਠੀਕ ਹੋਏ? ਕਹਿੰਦੇ ਮੈਂ ਤਾਂ ਬਿਲਕੁਲ ਠੀਕ ਹੋ ਗਿਆ, 126 ਦੇ ਆਸ-ਪਾਸ ਮੇਰੀ ਸ਼ੂਗਰ ਆਉਣ ਲੱਗ ਪਈ ਹੈ ਹੁਣ। ਮੈਂ ਕਿਹਾ ਕਿੱਦਾਂ? ਕਹਿੰਦੇ ਮੈਂ ਸਵੇਰੇ ਸੈਰ ਕਰਨ ਜਾਂਦਾ ਸੀ, ਵਾਪਸ ਆ ਕੇ ਲਗਭਗ 1 ਕਿਲੋ ਅੰਬ ਖਾਂਦਾ ਸੀਗਾ ਤੇ ਮੈਂ ਫਿਰ ਠੀਕ ਹੋ ਗਿਆ। ਮੈਂ ਕਿਹਾ ਵਾਹ ਕਮਾਲ ਦੀ ਗੱਲ ਹੈ ਇਹ ਤਾਂ। ਹੂੰ। ਅੱਛਾ ਜੀ, ਕਈ ਲੋਕ ਇਹ ਕਹਿੰਦੇ ਆ ਵੀ ਖੰਡ ਖਾ ਲਓ ਉਹਦੀ ਸ਼ੂਗਰ ਹੈ, ਗੁੜ ਖਾਓ ਉਹਦੇ ਨਾਲ ਸ਼ੂਗਰ ਨਹੀਂ ਹੁੰਦੀ। ਕੀ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਕੈਮੀਕਲਸ ਦਾ ਕੋਈ ਫਰਕ ਹੈ ਇਹ ਚੀਜ਼ਾਂ ਦਾ? ਹਾਂਜੀ, ਜਿਹੜੀ ਸ਼ੂਗਰ ਰਿਫਾਈਨਡ ਸ਼ੂਗਰ ਹੁੰਦੀ ਹੈ, ਮੈਂ ਪਹਿਲਾਂ ਵੀ ਦੱਸਿਆ ਨਾ ਕਿ ਜਿਹੜੀ ਰਿਫਾਈਨਮੈਂਟ ਪ੍ਰੋਸੈਸ ਹੁੰਦੀ ਹੈ, ਜਿਹੜੀ ਫੈਕਟਰੀਆਂ ਵਿੱਚੋਂ ਹੁੰਦੀ ਹੈ, ਉਹਦੇ ਨਾਲ ਜਿਹੜੀ ਸ਼ੂਗਰ ਹੁੰਦੀ ਹੈ, ਉਹ ਸਾਡੇ ਵਾਸਤੇ ਖਰਾਬ ਹੈ। ਬਲਕਿ ਸਿਰਫ ਸ਼ੂਗਰ ਨਹੀਂ, ਅਗਰ ਕੋਈ ਆਪਾਂ ਖੱਟੀ ਚੀਜ਼ ਵੀ ਖਾ ਰਹੇ ਹਾਂ ਜਿਵੇਂ ਜਾਂ ਕੋਈ 버ਗਰ, ਪੈਟੀਜ਼, ਪੀਜ਼ਾ ਇਸ ਤਰ੍ਹਾਂ ਦੀ ਚੀਜ਼ਾਂ ਖਾ ਰਹੇ ਹਾਂ, ਇਹ ਵੀ ਸਾਡੀ ਡਾਇਬੀਟੀਜ਼ ਨੂੰ ਵਧਾਏਗੀ ਭਾਵੇਂ ਉਹ ਮਿੱਠੀ ਨਾ ਵੀ ਹੋਵੇ, ਚਾਹੇ ਮਿਰਚੀ ਵਾਲੀ ਚੀਜ਼ ਵੀ ਹੋਵੇ। ਅੱਛਾ ਜੀ, ਇਹ ਹੂੰ। ਤਾਂ ਪਹਿਲੀ ਵਾਰ ਪਤਾ ਲੱਗਿਆ ਵੀ ਨਮਕੀਨ ਚੀਜ਼ਾਂ ਜਿਹੜੀਆਂ ਜੋ ਹੋਰ ਚੀਜ਼ਾਂ ਵੀ ਹੈਗੀਆਂ ਨੇ, ਜਿਹੜੀਆਂ ਅਸੀਂ ਜੰਕ ਫੂਡ ਖਾਂਦੇ ਆ ਇਹਦਾ ਵੀ ਸੰਬੰਧ ਹੈ ਸ਼ੂਗਰ ਦੇ ਨਾਲ। ਜੀ ਬਿਲਕੁਲ, ਇਹਦਾ ਹੀ ਸੰਬੰਧ ਹੈਗਾ ਐਕਚੁਅਲੀ ਵਿੱਚ। ਅਸਲ ਵਿੱਚ ਜਿਹੜੀ ਆਪਾਂ ਜੰਕ ਫੂਡ ਖਾਂਦੇ ਹਾਂ, ਇਹਦੇ ਅੰਦਰ ਜਿਹੜੇ ਟੌਕਸਿਨਸ ਹੁੰਦੇ ਆ, ਉਹ ਸਾਡੇ ਅੰਦਰ ਜਾ ਕੇ ਸਾਡੀ ਪੈਨਕ੍ਰੀਆਸ ਨੂੰ ਤੇ ਅਦਰ ਆਰਗਨਸ ਨੂੰ ਖਰਾਬ ਕਰਦੇ ਆ, ਜਿਸ ਕਰਕੇ ਸਾਡੀ ਬਾਡੀ ਦੇ ਵਿੱਚ ਸ਼ੂਗਰ ਦੀ ਮਾਤਰਾ ਵੱਧ ਜਾਂਦੀ ਹੈ, ਜਿਹਨੂੰ ਆਪਾਂ ਡਾਇਬੀਟੀਜ਼ ਕਹਿ ਦਿੰਦੇ ਹਾਂ। ਅੱਛਾ, ਇੱਕ ਮਰੀਜ਼ ਜਿਹਨੂੰ ਇਹ ਸ਼ੂਗਰ ਹੁੰਦੀ ਹੈ, ਕੀ ਉਸ ਦੇ ਵਿੱਚ ਇਹ ਪਹਿਲੇ ਬੋਲ ਕੇ ਦੱਸਦੀ ਹੈ? ਕੋਈ ਲੱਛਣ ਪ੍ਰਗਟ ਹੁੰਦੇ ਆ? ਉਹ ਕਿਹੜੇ-ਕਿਹੜੇ ਨੇ ਜਿੱਥੋਂ ਪਤਾ ਲੱਗ ਜਾਏ ਵੀ ਹਾਂ, ਬੰਦੇ ਨੂੰ ਸਾਵਧਾਨੀ ਵੱਲ ਆ ਜਾਣਾ ਚਾਹੀਦਾ ਵੀ ਮੈਨੂੰ ਲੱਗਦਾ ਸ਼ਾਇਦ ਸ਼ੂਗਰ ਹੋ ਗਈ ਹੈ? ਜ਼ਿਆਦਾਤਰ ਕੀ ਹੁੰਦਾ ਜਦ ਬਲੱਡ ਵਿੱਚ ਸ਼ੂਗਰ ਦੀ ਮਾਤਰਾ ਨਾਰਮਲ ਤੋਂ ਜ਼ਿਆਦਾ ਹੋਣ ਲੱਗ ਪੈਂਦੀ ਹੈ ਤੇ ਜਿਹੜੇ ਲੱਛਣ ਆਮ ਦੇਖੇ ਜਾਂਦੇ ਆ ਉਹ ਹੁੰਦਾ ਬਾਰ-ਬਾਰ ਪਿਸ਼ਾਬ ਲੱਗਣੀ ਜਾਂ ਫਿਰ ਅੱਖਾਂ ਦੇ ਅੱਗੇ ਥੋੜਾ-ਥੋੜਾ ਧੁੰਦਲਾਪਨ ਜਿਹਾ ਆ ਜਾਣਾ, ਹੈ ਨਾ, ਜਾਂ ਫਿਰ ਕਮਜ਼ੋਰੀ ਲੱਗਣੀ, ਵੀਕਨੈਸ ਲੱਗਣੀ। ਕਿਉਂਕਿ ਇਸ ਤਰ੍ਹਾਂ ਹੈ ਨਾ, ਕਿਉਂਕਿ ਸ਼ੂਗਰ ਜਿਵੇਂ ਮੈਂ ਪਹਿਲਾਂ ਦੱਸਿਆ ਸੀਗਾ ਕਿ ਜਿਹੜੀ ਹੈ ਊਰਜਾ ਵਾਸਤੇ ਸਾਨੂੰ ਚਾਹੀਦੀ ਆ। ਤੇ ਹੁਣ ਆਪਾਂ ਸੋਚੀਏ ਜੇ ਬਾਡੀ ਵਿੱਚ ਜ਼ਿਆਦਾ ਸ਼ੂਗਰ ਹੈਗੀ ਤੇ ਇਹਦਾ ਮਤਲਬ ਹੈ ਜ਼ਿਆਦਾ ਊਰਜਾ ਪੈਦਾ ਹੋਊਗੀ। ਪਰ ਜੀ। ਇਦਾਂ ਐਕਚੁਅਲੀ ਵਿੱਚ ਇਦਾਂ ਨਹੀਂ ਹੈਗਾ। ਕਾਰਨ ਕਿਉਂਕਿ ਤੁਸੀਂ ਸਿੰਪਲ ਤਰੀਕਾ ਸਮਝੋ ਕਿ ਜਿਵੇਂ ਹਾਈਵੇ ਹੈਗਾ ਹੈ ਨਾ, ਜੇ ਜੀ। 10 ਬੱਸਾਂ ਚੱਲਦੀਆਂ ਨੇ, 10 ਹਰ ਬੱਸ ਵਿੱਚ 10-10 ਬੰਦੇ ਜਾਂਦੇ ਆ, ਹੈ ਨਾ। ਸੋ 10 ਬੰਦੇ 10 ਬੱਸਾਂ ਵਿੱਚ ਜਾਣਗੇ ਤਾਂ 100 ਬੰਦੇ ਇੱਕ ਵਾਰੀ ਵਿੱਚ ਚਲੇ ਜਾਣਗੇ, ਹੈ ਨਾ। ਫਿਰ ਆਪਾਂ ਸੋਚੀਏ ਜੇ ਆਪਾਂ ਜ਼ਿਆਦਾ ਬੰਦਿਆਂ ਨੂੰ ਪਹੁੰਚਾਉਣੇ ਆ ਬਹੁਤ ਹਜ਼ਾਰਾਂ ਵਿੱਚ ਤੇ ਆਪਾਂ ਸੜਕ ਤੇ 10 ਬੱਸਾਂ ਦੀ ਜਗ੍ਹਾ ਹਜ਼ਾਰਾਂ ਬੱਸਾਂ ਲਾ ਦਈਏ। ਪਰ ਜੇ ਹਜ਼ਾਰਾਂ ਬੱਸਾਂ ਲਾ ਦਾਂਗੇ ਤੇ ਉਹ ਬੱਸ ਹੀ ਨਹੀਂ ਚੱਲ ਪਾਊਗੀ ਤੇ ਉਹ ਲੋਕਾਂ ਨੇ ਪਹੁੰਚਣਾ ਕਿੱਥੇ ਸੀਗਾ। ਸੋ ਜੇ ਸਾਡੀ ਬਾਡੀ ਦੇ ਅੰਦਰ ਸ਼ੂਗਰ ਜਿਹੜੀ ਹੈਗੀ ਨਾਰਮਲ ਤੋਂ ਜ਼ਿਆਦਾ ਹੋ ਜਾਊਗੀ ਤੇ ਓਵਰਆਲ ਬਾਡੀ ਦੇ ਉੱਤੇ ਬੋਝ ਪਏਗਾ। ਸੋ ਇਸ ਕਰਕੇ ਜਿਹੜੇ ਹੈਗਾ ਮੈਂ ਦੱਸ ਰਿਹਾ ਸੀਗਾ ਨਾ। ਅੱਛਾ, ਤੁਸੀਂ ਇਹ ਦੱਸ ਰਹੇ ਹੋ, ਮੈਂ 2-3 ਵਾਰੀ ਤੁਹਾਡੇ ਕੋਲ ਸੁਣਿਆ ਵੀ ਸ਼ੂਗਰ ਦਾ ਲੈਵਲ, ਕੋਈ ਅਸਲ ਵਿੱਚ ਸ਼ੂਗਰ ਦਾ ਲੈਵਲ ਹੈ ਵੀ ਹਾਂਜੀ ਸ਼ੂਗਰ ਇਸ ਲੈਵਲ ਤੱਕ ਠੀਕ ਹੈ, ਇਸ ਲੈਵਲ ਤੋਂ ਜੇ ਮੰਨ ਜੋ ਕਈ ਵਾਰੀ ਆਮ ਕਰਕੇ ਕਹਿੰਦੇ ਆ ਵੀ ਇਹਦੀ ਸ਼ੂਗਰ ਘਟ ਗਈ ਹੈ, ਇਹਦਾ ਜਿਹੜਾ ਮਾਪਦੰਡ ਹੈ ਉਹਨੂੰ ਤੈਅ ਕੌਣ ਕਰਦਾ ਹੈ? ਵੀ ਵਾਕਈ ਹਾਂਜੀ ਇਹ ਲੈਵਲ ਠੀਕ ਹੈ, ਵੀ ਵਾਕਈ ਕੋਈ ਐਸੀ ਏਜੰਸੀ ਜਾਂ ਕੋਈ ਐਸੀ ਸੰਸਥਾ ਹੈਗੀ ਆ ਜਿਹੜੀ ਇਸ ਮਾਪਦੰਡ ਨੂੰ ਤੈਅ ਕਰਦੀ ਹੋਵੇ? ਜੀ ਬਿਲਕੁਲ, ਇਹ ਬੜਾ ਵਧੀਆ ਸਵਾਲ ਹੈਗਾ ਤੇ ਅੱਜ ਦਾ ਆਪਣਾ ਖਾਸ ਸਵਾਲ ਜਿਹੜਾ ਹੈਗਾ ਇਹਦਾ ਆਪਾਂ ਜਵਾਬ ਲਾਂਗੇ, ਹੈ ਨਾ। ਕਿ ਹਾਂਜੀ। ਸ਼ੂਗਰ ਦੀ ਕਿੰਨੀ ਮਾਤਰਾ ਹੋਣੀ ਚਾਹੀਦੀ ਹੈ ਅਸਲ ਵਿੱਚ ਨਾਰਮਲ ਵਿੱਚ? ਤੇ ਜੀ। ਇੱਥੇ ਸਮਝਣ ਵਾਲੀ ਗੱਲ ਇਹ ਆ ਕਿ ਪਹਿਲਾਂ ਅੱਜ ਤੋਂ ਲਗਭਗ 40 ਸਾਲ ਪਹਿਲਾਂ ਆਪਾਂ 1979 ਦੀ ਗੱਲ ਕਰੀਏ ਤਦ ਲੋਕਾਂ ਨੂੰ ਪਤਾ ਸੀਗਾ ਕਿ ਬਹੁਤ ਜ਼ਿਆਦਾ ਸ਼ੂਗਰ ਖੂਨ ਵਿੱਚ ਹੋਣਾ ਸਾਡੇ ਵਾਸਤੇ ਠੀਕ ਨਹੀਂ ਹੈਗਾ, ਇਹ ਬਿਮਾਰੀ ਹੀ ਹੈਗੀ ਆ। ਪਰ ਆંકੜਾ ਨਹੀਂ ਸੀਗਾ ਉਸ ਵੇਲੇ।
ਸੋ ਜੀ ਨੈਸ਼ਨਲ ਡਾਇਬੀਟੀਜ਼ ਡੇਟਾ ਗਰੁੱਪ ਨੇ ਉਸ ਵੇਲੇ ਇੱਕ ਅੰਕੜਾ ਦਿੱਤਾ 200 mg ਪਰ ਡੈਸੀਲੀਟਰ ਦਾ, ਤੇ ਉਹਨਾਂ ਨੇ ਜੀ ਕਿਹਾ ਜੇ ਤੁਹਾਡੀ 200 ਤੱਕ ਹੈਗੀ ਤਾਂ ਤੁਸੀਂ ਨਾਰਮਲ ਸ਼ੂਗਰ ਰੇਂਜ ਵਿੱਚ ਹੋਗੇ ਹੋ, ਤੁਹਾਨੂੰ ਜ਼ਿਆਦਾ ਮੈਡੀਸਿਨਸ ਦੀ ਲੋੜ ਨਹੀਂ ਹੈਗੀ ਆ। ਪਰ ਹੋਇਆ ਕਿ ਆਫਟਰ 20 ਸਾਲਾਂ ਬਾਅਦ 1999 1997 ਦੇ ਆਸ-ਪਾਸ ਉੱਥੇ ਅਮਰੀਕਨ ਡਾਇਬੀਟੀਜ਼ ਐਸੋਸੀਏਸ਼ਨ, ਜਿਹਨੂੰ ਇੰਡੀਆ ਦੇ ਮੈਡੀਕਲ ਜਿਹੜੀ ਬੋਡੀਜ਼ ਹੈਗੀਆਂ ਉਹ ਫੋਲੋ ਕਰਦੀ ਹੈ, ਉਹਨਾਂ ਨੇ ਇੱਕ ਅੰਕੜਾ ਦਿੱਤਾ 126 ਦਾ, ਜੀ 126 ਫਾਸਟਿੰਗ ਸ਼ੂਗਰ ਦਾ। ਤੇ ਜੇ ਅਗਰ ਤੁਹਾਡੀ ਸ਼ੂਗਰ ਲੈਵਲ 126 ਤੋਂ ਥੱਲੇ ਹੈਗੀ ਫਾਸਟਿੰਗ ਵਾਲੀ ਸਵੇਰੇ ਵਾਲੀ, ਤਾਂ ਤੁਸੀਂ ਨਾਰਮਲ ਰੇਂਜ ਵਿੱਚ ਹੈਗੇ ਆ। ਇਹੀ ਫਿਰ WHO ਨੇ ਵੀ ਉਸ ਸਮੇਂ ਕਿਹਾ। ਫਿਰ ਹੋਇਆ ਕਿ 2003 ਵਿੱਚ ਆਪਣਾ ਇਹ ਅਮਰੀਕਨ ਡਾਇਬੀਟੀਜ਼ ਐਸੋਸੀਏਸ਼ਨ ਨੇ ਫਿਰ ਕਿਹਾ ਕਿ 126 ਸਾਨੂੰ ਜ਼ਿਆਦਾ ਲੱਗ ਰਿਹਾ ਆ, 100 ਹੋਣਾ ਚਾਹੀਦਾ ਹੈ। ਜੇ 100 ਤੋਂ ਥੱਲੇ ਤੁਹਾਡਾ ਹੈਗਾ ਸ਼ੂਗਰ ਲੈਵਲ ਤਾਂ ਤੁਸੀਂ ਨਾਰਮਲ ਹੈਗੇ, ਲੇਕਿਨ 100 ਤੋਂ 126 ਦੇ ਵਿਚਕਾਰ ਹੈ ਤਾਂ ਮਤਲਬ ਹੈ ਕਿ ਪ੍ਰੀ ਡਾਇਬੀਟੀਜ਼। ਹੁਣ ਨਵਾਂ ਇਹ ਸ਼ਬਦ ਘੜ ਲਿਆ ਗਿਆ ਕਿ ਜੇ ਤੁਹਾਨੂੰ 126 ਤੋਂ ਥੱਲੇ ਹੈਗੀ ਤਾਂ ਪ੍ਰੀ ਡਾਇਬੀਟੀਜ਼ ਹੈ, ਯਾਨੀ ਤੁਹਾਨੂੰ ਡਾਇਬੀਟੀਜ਼ ਹੋਣ ਵਾਲੀ ਹੈ। ਸੋ ਇੱਕ ਸ਼ਬਦ ਹੋਰ ਲੈ ਲਿਆ। ਫਿਰ ਹੋਇਆ ਕਿ ਉਸ ਤੋਂ ਵੀ ਬਾਅਦ 2010 ਵਿੱਚ ਅਮਰੀਕਨ ਡਾਇਬੀਟੀਜ਼ ਐਸੋਸੀਏਸ਼ਨ ਨੇ ਦੋ ਸ਼ਬਦ ਹੋਰ ਘੜ ਲਏ। ਉਹਨਾਂ ਨੇ ਕਿਹਾ ਜੇ ਤੁਹਾਡੀ ਫਾਸਟਿੰਗ ਸ਼ੂਗਰ ਯਾਨੀ ਸਵੇਰ ਦੀ ਸ਼ੂਗਰ 100 ਤੋਂ ਥੱਲੇ ਆ, ਲੇਕਿਨ ਜੀ ਖਾਣਾ ਖਾਣ ਤੋਂ ਬਾਅਦ 140 ਤੋਂ ਉੱਤੇ ਜਾ ਰਹੀ ਹੈ ਨਾ, 140 ਦੇ ਨੀਚੇ ਨਹੀਂ ਹੈਗੀ, ਦੈਟ ਮੀਨਸ ਅਜੇ ਤੁਸੀਂ ਨਾਰਮਲ ਰੇਂਜ ਵਿੱਚ ਨਹੀਂ ਹੈਗੇ ਆ। ਜਾਂ ਫਿਰ ਜਿਹੜੀ HbA1c ਜਿਹੜੀ HbA1c ਹੁੰਦੀ ਹੈ, ਅਗਰ ਉਹ 5.6 ਤੋਂ ਥੱਲੇ ਆ ਤਾਂ ਨਾਰਮਲ ਹੈ, ਜੇ ਉਸ ਤੋਂ ਉੱਤੇ ਹੈ ਤਾਂ ਨਾਰਮਲ ਨਹੀਂ ਹੈਗੀ। ਤਾਂ ਇਸ ਤਰ੍ਹਾਂ ਤਿੰਨ ਅੰਕੜੇ ਉਹਨਾਂ ਨੇ ਘੜ ਲਏ ਗਏ। ਸੋ ਇਹ ਕਿਉਂ ਕੀਤਾ? ਕਿਉਂਕਿ ਜਿੰਨੇ ਜ਼ਿਆਦਾ ਅੰਕੜੇ ਘਟਾਓ ਜਾਓਗੇ ਉਨੇ ਹੀ ਤੁਸੀਂ ਦਵਾਈਆਂ ਨੂੰ ਜ਼ਿਆਦਾ ਵੇਚ ਪਾਓਗੇ। ਕਿਉਂਕਿ ਜੇ ਮੰਨ ਲਓ ਆਪਾਂ ਨੂੰ ਡਾਇਬੀਟੀਜ਼ ਦੀ ਦਵਾਈਆਂ ਨੂੰ ਵੇਚਣਾ ਹੈਗਾ, ਤੇ ਸਾਡੇ ਕੋਲ ਡਾਇਬੀਟੀਜ਼ ਦੇ ਪੇਸ਼ੈਂਟ ਵੀ ਹੋਣੇ ਚਾਹੀਦੇ ਨੇ। ਲੇਕਿਨ ਰਾਤੋਂ ਰਾਤ ਅਗਰ ਡਾਇਬੀਟੀਜ਼ ਦੇ ਪੇਸ਼ੈਂਟ ਬਣਾਉਣੇ ਆ ਤਾਂ ਕਿੱਦਾਂ ਬਣਾਈਏ? ਤਾਂ ਸਭ ਤੋਂ ਸੌਖਾ ਤਰੀਕਾ ਕਿ ਅੰਕੜਿਆਂ ਨੂੰ ਹੀ ਘਟਾ ਦਿਓ। ਤੇ ਜੇ ਅੰਕੜੇ ਘਟ ਗਏ, ਜਿਵੇਂ ਕਿ ਮੰਨ ਲਓ ਕਿ ਜਿਸ ਦਿਨ ਉਹਨਾਂ ਨੇ ਕਿਹਾ ਕਿ 200 ਦਾ ਹੈਗਾ, 200 ਤੋਂ ਜਦ 126 ਤੇ ਲੈ ਆਏ ਤੇ ਰਾਤੋਂ ਰਾਤ ਹੀ ਅੱਧੀ ਜਨਤਾ ਦਾ ਡਾਇਬੀਟੀਜ਼ ਦੀ ਪੇਸ਼ੈਂਟ ਹੀ ਬਣ ਗਈ ਨਾ। ਇਹ ਤੁਸੀਂ ਦੱਸਿਆ, ਫਿਰ ਇਟਮੀ ਜੇ ਇਹਨੂੰ ਸ਼ਬਦਾਂ ਸੌਖਿਆਂ 'ਚ ਕਹਿ ਸਕਦੇ ਆ, ਇਹ ਮੈਡੀਕਲ ਘੁਟਾਲਾ, ਇਹ ਇੱਕ ਸਾਜ਼ਿਸ਼ ਹੈ ਪੂਰੀ ਤਰ੍ਹਾਂ। ਇੱਕ ਪੂਰੇ ਸੰਸਾਰ ਦੇ ਉਹ ਲੋਕਾਂ ਦੇ ਨਾਲ ਸਾਜ਼ਿਸ਼ ਕੀਤੀ ਗਈ ਹੈ। ਜੇ ਸਾਜ਼ਿਸ਼ ਹੈ ਤੇ ਤੁਸੀਂ ਜਿਵੇਂ ਤੁਸੀਂ ਦੱਸ ਰਹੇ ਹੋ, ਫਿਰ ਇਹਦਾ ਤੁਹਾਡੀ ਜਿਹੜੀ ਇਨਫੋਰਮੇਸ਼ਨ ਹੈ ਇਹਦਾ ਸੋਰਸ ਕੀ ਹੈ? ਇਹਦਾ ਇਨਫੋਰਮੇਸ਼ਨ ਦਾ ਸੋਰਸ ਉਹਨਾਂ ਦੀ ਆਪਣੀ ਗਾਈਡਲਾਈਨਸ ਹੀ ਹੈਗੀਆਂ, ਆਪਣੀ ਰਿਪੋਰਟਾਂ ਹੀ ਹੈਗੀਆਂ, ਉਹਨਾਂ ਦੀ ਵੈਬਸਾਈਟ ਦੇ ਉੱਤੇ ਸਾਰਾ ਦਿੱਤਾ ਹੋਇਆ, ਸਾਰਾ ਤੁਸੀਂ ਦੇਖ ਸਕਦੇ ਹੋ। ਲੇਕਿਨ ਮੈਂ ਇੱਥੇ ਇੱਕ ਗੱਲ ਦੱਸਣਾ ਚਾਹੁੰਦਾ ਹਾਂ ਕਿ ਜੀ ਜਿਹੜਾ ਸਵਾਲ ਪਹਿਲਾਂ ਸੀਗਾ ਕਿ ਨਾਰਮਲ ਕਿੰਨੀ ਹੋਣੀ ਚਾਹੀਦੀ ਹੈ ਅਸਲ ਵਿੱਚ ਸ਼ੂਗਰ, ਕਿਉਂਕਿ ਇਹ ਤਾਂ ਡਿਫਰੈਂਟ ਆਰਗੇਨਾਈਜੇਸ਼ਨਸ ਨੇ ਡਿਫਰੈਂਟ ਆંકੜੇ ਦੇ ਦਿੱਤੇ, ਆਪਾਂ ਕਿਹਨੂੰ ਜੀ ਮੰਨੀਏ? ਹਨਾ, ਇੱਥੇ ਹਾਂਜੀ ਸਮਝਣ ਬਿਲਕੁਲ ਦੀ ਲੋੜ ਇਹ ਆ ਕਿ ਭਗਵਾਨ, ਆਪਾਂ ਰੱਬ ਨੂੰ ਲੈ ਕੇ ਆਉਂਦੇ ਹਾਂ ਨਾ, ਰੱਬ ਜੀ ਨੇ ਸਾਨੂੰ ਬਣਾਇਆ ਹੈ ਨਾ। ਹੁਣ ਰੱਬ ਜੀ ਜੀ ਨੇ ਸਾਰਿਆਂ ਨੂੰ ਵੱਖਰਾ ਬਣਾਇਆ ਹੈ ਨਾ, ਸਭ ਦੇ ਘਾੜਨਾ ਅਲੱਗ ਕੀਤੀ ਹੈ ਨਾ। ਸੋ ਹਰ ਕਿਸੇ ਵਾਸਤੇ ਸ਼ੂਗਰ ਦੀ ਨਾਰਮਲ ਰੇਂਜ ਵੱਖਰੀ ਹੋ ਸਕਦੀ ਆ। ਇੱਕ ਬਜ਼ੁਰਗ ਵਾਸਤੇ ਸ਼ੂਗਰ ਦੀ ਰੇਂਜ ਵੱਖਰੀ ਹੋਊਗੀ, ਬੱਚੇ ਵਾਸਤੇ ਵੱਖਰੀ ਹੋਊਗੀ, ਹੈ ਨਾ। ਇਸੇ ਤਰ੍ਹਾਂ ਸਰਦੀ ਦੇ ਵੇਲੇ ਸ਼ੂਗਰ ਸਾਡੀ ਆਟੋਮੈਟਿਕਲੀ ਵਧਣੀ ਸ਼ੁਰੂ ਹੋ ਜਾਂਦੀ ਹੈ, ਗਰਮੀ ਵਿੱਚ ਆਟੋਮੈਟਿਕਲੀ ਥੋੜੀ ਜਿਹੀ ਘੱਟ ਹੋ ਜਾਂਦੀ ਹੈ। ਇਸੇ ਤਰ੍ਹਾਂ ਇਸ ਹੱਥ ਵਿੱਚ ਅਗਰ ਚੈੱਕ ਕਰੋਗੇ ਤੇ ਇਸ ਹੱਥ ਵਿੱਚ ਚੈੱਕ ਕਰੋਗੇ, ਥੋੜਾ ਫਰਕ ਦੋਵਾਂ ਹੱਥਾਂ ਵਿੱਚ ਵੀ ਆ ਜਾਊਗਾ। ਸੋ ਇਹ ਸਵੇਰੇ ਚੈੱਕ ਕਰੋਗੇ ਵੱਖਰੀ ਹੋਏਗੀ, ਸ਼ਾਮ ਨੂੰ ਵੱਖਰੀ ਹੋਏਗੀ। ਤੇ ਡਿਫਰੈਂਟ ਟਾਈਮਸ ਤੇ ਡਿਫਰੈਂਟ ਬੰਦਿਆਂ ਦੀ ਡਿਫਰੈਂਟ ਕੰਡੀਸ਼ਨ ਵਿੱਚ, ਬਿਮਾਰੀ ਦੇ ਟਾਈਮ ਸ਼ੂਗਰ ਜ਼ਿਆਦਾਤਰ ਵੱਧ ਜਾਂਦੀ ਹੈ, ਬੁਖਾਰ ਦੇ ਵੇਲੇ, ਤੇ ਅਦਰਵਾਈਜ਼ ਥੋੜੀ ਘੱਟ ਰਹਿੰਦੀ ਹੈ। ਸੋ ਹਰ ਟਾਈਮ ਸ਼ੂਗਰ ਜਿਹੜੀ ਹੈਗੀ ਉਹ ਫਲਕਚੁਏਟ ਕਰਦੀ ਹੀ ਹੈਗੀ। ਤੇ ਅੰਕੜੇ ਨੂੰ ਅਗਰ ਆਪਾਂ ਦੇਖਾਂਗੇ ਤੇ ਔਨ ਐਨ ਐਵਰੇਜ ਦੇਖਾਂਗੇ ਕਿ ਵੀ ਸਾਰੇ ਲੋਕਾਂ ਨੂੰ ਦੇਖ ਕੇ ਕਿ ਵੀ ਕਿੰਨਾ ਨਾਰਮਲ ਚੱਲਦਾ ਹੈ ਤੇ ਬਿਮਾਰੀ ਘੱਟ ਆਉਂਦੀ ਹੈ ਲੋਕਾਂ ਨੂੰ। ਸੋ ਇਸ ਵਾਸਤੇ ਜਿਹੜੀ ਲੇਟੈਸਟ ਗਾਈਡਲਾਈਨਸ ਆਈਆਂ ਸੀਗੀਆਂ ਉਹ ਸੀਗੀਆਂ ਅਮਰੀਕਨ ਕਾਲਜ ਆਫ ਫਿਜ਼ੀਸ਼ੀਅਨਸ ਦੀ 2018 ਦੀ, ਇਹ 8 ਮਾਰਚ ਦੀ ਰਿਪੋਰਟ ਸੀ। ਸੋ ਇਹ ਜੀ ਜਿਹੜੀ ਰਿਪੋਰਟ ਸੀਗੀ, ਇਹਨੂੰ ACP ਗਾਈਡਲਾਈਨਸ 2018 ਕਹਿੰਦੇ ਆ। ਇਹ ਬੇਸਡ ਸੀਗੀ ਦੋ ਟਰਾਇਲਸ, 4-5 ਟਰਾਇਲਸ ਹੋਏ ਸੀਗੇ, ਜਿਹਦੇ ਵਿੱਚ ਅਕੋਰਡ ਟਰਾਇਲ ਸੀ, ਐਡਵਾਂਸ ਟਰਾਇਲ ਸੀ, ਆਪਣਾ VADTS ਟਰਾਇਲ ਸੀਗਾ। ਸੋ ਉਹਨਾਂ ਤੇ ਬੇਸ ਤੇ ਸੀਗਾ। ਸੋ ਉਹ ਕੀ ਕਹਿੰਦੇ ਆ ਕਿ ਜੇ ਤੁਹਾਡਾ ਬਲੱਡ ਸ਼ੂਗਰ, ਅਗਰ ਆਪਾਂ ਐਡਵਾਂਸ ਟਰਾਇਲ ਦੀ ਗੱਲ ਕਰੀਏ, ਅਕੋਰਡ ਟਰਾਇਲ ਦੀ ਗੱਲ ਕਰੀਏ, ਤੇ ਅਕੋਰਡ ਟਰਾਇਲ ਤਾਂ ਇਹ ਕਹਿੰਦਾ ਆ ਕਿ ਉਹਨਾਂ ਨੇ ਦੋ ਗਰੁੱਪਸ ਵਿੱਚ ਲੋਕਾਂ ਨੂੰ ਡਿਵਾਈਡ ਕਰ ਲਿਆ। ਦੋ ਜੀ ਗਰੁੱਪਸ ਵਿੱਚ ਡਿਵਾਈਡ ਕਰਕੇ ਇਹ ਵੇਖਿਆ ਕਿ ਇੱਕ ਗਰੁੱਪ ਜਿਹੜਾ ਸੀਗਾ, ਉਹਨਾਂ ਦਾ ਸ਼ੂਗਰ ਜਿਹੜਾ ਸੀਗਾ ਉਹਨਾਂ ਨੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ 8 HbA1c ਦੇ ਥੱਲੇ। ਤੋ ਉਹ ਯਾਨੀ ਅਗਰ 8 ਨੂੰ ਆਪਾਂ HbA1c ਨੂੰ ਆਪਾਂ ਕਨਵਰਟ ਕਰਕੇ mg ਪਰ ਡੈਸੀਲੀਟਰ ਵਿੱਚ ਕਰੀਏ, ਮਤਲਬ 228 mg ਪਰ ਡੈਸੀਲੀਟਰ ਤੋਂ 228 ਤੋਂ ਘੱਟ ਰੱਖਣ ਦੀ ਕੋਸ਼ਿਸ਼ ਕੀਤੀ। ਜਿਹੜਾ ਦੂਜਾ ਗਰੁੱਪ ਸੀਗਾ ਉਹਨਾਂ ਵਿੱਚ ਕੀ ਕੀਤਾ, 6 HbA1c, ਯਾਨੀ ਕਿ ਜੇ ਆਪਾਂ ਉਹਨੂੰ ਨਾਰਮਲ ਅੰਕੜੇ ਵਿੱਚ ਕਨਵਰਟ ਕਰੀਏ ਤਾਂ 150 ਲਗਾ ਲਓ। ਤੋ ਦੋ ਜੀ ਗਰੁੱਪ ਬਣਾ ਲਈਏ, ਇੱਕ 150 ਵਾਲਾ ਗਰੁੱਪ ਜਿਹੜਾ 150 ਤੋਂ ਘੱਟ ਰੱਖ ਰਿਹਾ, ਇੱਕ 228 ਤੋਂ ਘੱਟ ਰੱਖਣ ਵਾਲਾ। ਤੇ ਉਹਨਾਂ ਨੇ ਕੀ ਦੇਖਿਆ ਕਿ ਜਿਹੜਾ 150 ਵਾਲਾ ਗਰੁੱਪ ਸੀਗਾ, ਜਿਹਦੇ ਵਿੱਚ ਜ਼ਿਆਦਾ ਸ਼ੂਗਰ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਉਹਨਾਂ ਵਿੱਚ 22% ਲੋਕਾਂ ਦੀ ਜ਼ਿਆਦਾ ਮ੍ਰਿਤੂ ਹੋਈ। ਜੀ ਉਹਨਾਂ ਵਿੱਚ ਦੇਖਿਆ ਗਿਆ ਕਿ 36% ਲੋਕਾਂ ਨੂੰ ਹਾਰਟ ਦੀ ਪ੍ਰੋਬਲਮ ਕਰਕੇ ਡੈਥ ਜ਼ਿਆਦਾ ਹੋਈ। ਇਸੇ ਤਰ੍ਹਾਂ ਉਹਨਾਂ ਦਾ ਜਿਹੜਾ weight ਸੀਗਾ, ਮੋਟਾਪਾ ਵੀ ਲਗਭਗ 10 ਕਿਲੋ ਜ਼ਿਆਦਾ ਵਧਣਾ ਸ਼ੁਰੂ ਹੋ ਗਿਆ। ਇਸੇ ਤਰ੍ਹਾਂ ਉਹਨਾਂ ਦੀ ਬੋਡੀ ਵਿੱਚ ਫਲੂਇਡ ਵੀ ਜ਼ਿਆਦਾ ਭਰਨਾ ਸ਼ੁਰੂ ਹੋ ਗਿਆ, ਸਵੈਲਿੰਗ ਜ਼ਿਆਦਾ ਹੋਣ ਲੱਗ ਪਈਆਂ। ਇਸ ਕਰਕੇ ਉਹ ਟ੍ਰਾਇਲ ਨੂੰ ਬੰਦ ਕਰ ਦਿੱਤਾ ਗਿਆ। ਤੇ ਇਹ ਗੱਲ ਸਮਝ ਆਈ ਕਿ ਇਸ ਤਰ੍ਹਾਂ ਦਵਾਈਆਂ ਖਾ ਕੇ ਸ਼ੂਗਰ ਨੂੰ ਬਹੁਤ ਕੰਟਰੋਲ ਕਰਕੇ ਰੱਖਣਾ, ਇਹ ਕੋਈ ਸਿਹਤ ਵਾਸਤੇ ਵਧੀਆ ਨਹੀਂ ਹੈ।
ਸੋ ਇੱਥੇ ਆંકੜਾ ਤਾਂ ਸਾਡਾ 150 ਤੋਂ ਘੱਟ ਆ ਜਾਵੇਗਾ, ਪਰ ਓਵਰਆਲ ਜਿਹੜੀ ਸਾਡੀ ਹੈਲਥ ਹੈਗੀ ਉਹ ਖਰਾਬ ਹੁੰਦੀ ਜਾਏਗੀ। ਸੋ ਉਹਨਾਂ ਨੇ ਕਿਹਾ ਕਿ ਫਿਜ਼ੀਸ਼ੀਅਨਸ ਸ਼ੁੱਡ ਮੇਨਟੇਨ ਦਾ HbA1c ਜਿਹੜਾ ਹੈਗਾ ਲੈਵਲ ਉਹ 7% to 8% ਦੇ ਆਸ-ਪਾਸ, ਯਾਨੀ ਕਿ ਅਗਰ 228 ਤੋਂ ਤੁਹਾਡਾ ਘੱਟ ਹੈਗਾ, ਇਹਦਾ ਮਤਲਬ ਹੈ ਕਿ ਤੁਹਾਨੂੰ ਡਾਇਬੀਟੀਜ਼ ਦੀ ਗੋਲੀਆਂ ਖਾਣ ਦੀ ਲੋੜ ਨਹੀਂ ਹੈਗੀ, ਤੁਸੀਂ ਠੀਕ ਹੈਗੇ ਆ। ਇਟ ਮੀਨਸ ਤੁਸੀਂ ਕਹਿ ਰਹੇ ਹੋ ਵੀ ਜੇ ਕਿਸੇ ਦੀ ਸ਼ੂਗਰ 228 ਹੈ ਤਾਂ ਉਹਨੂੰ ਚਿੰਤਾ ਕਰਨ ਦੀ ਲੋੜ ਨਹੀਂ। ਨਹੀਂ, ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਆ। ਈਵਨ ਜੇ 228 ਤੋਂ ਥੱਲੇ ਹੈਗੀ ਆ ਤੇ ਚਿੰਤਾ ਕਰਨ ਹਾਂਜੀ ਦੀ ਲੋੜ ਨਹੀਂ ਹੈਗੀ, ਲੇਕਿਨ ਜਿਹੜਾ ਮੇਨ ਪੁਆਇੰਟ ਹੈਗਾ, ਮੇਨ ਪੁਆਇੰਟ ਸਮਝਣ ਵਾਲਾ ਇਹ ਹੈਗਾ ਕਿ ਕੋਈ ਆંકੜਾ ਸਾਡੀ ਹੈਲਥ ਨਹੀਂ ਦੱਸੂਗਾ। ਜਿਵੇਂ ਫੋਰ ਐਗਜ਼ਾਮਪਲ ਮੇਰਾ ਜੀ ਅਗਰ ਸ਼ੂਗਰ 250 ਆ ਗਿਆ, ਠੀਕ ਹੈ, ਜੀ ਮੈਂ ਪੂਰੀ ਤਰ੍ਹਾਂ ਹੈਲਦੀ ਹੈਗਾ, ਮੇਰੀ ਬੋਡੀ ਵਿੱਚ એનર્ਜੀ ਹੈਗੀ, ਮੈਂ ਸਾਰੇ ਕੰਮ ਕਰ ਪਾ ਰਿਹਾ, ਮੇਰੀ ਕਿਤੇ ਸਰੀਰ ਵਿੱਚ ਦਰਦ ਨਹੀਂ ਹੈਗਾ ਤੇ ਹਰ ਵੇਲੇ ਮੈਂ ਚੰਗੇ ਪੋਜ਼ਿਟਿਵ એનર્ਜੀ ਵਿੱਚ ਰਹਿੰਦਾ ਹਾਂ। ਪਰ ਅਗਰ ਤੁਹਾਡਾ ਸ਼ੂਗਰ ਲੈਵਲ ਜਿਹੜਾ ਹੈਗਾ ਉਹ 150 ਆ ਰਿਹਾ, ਲੇਕਿਨ 150 ਜੀ ਵਿੱਚ ਤੁਹਾਡੇ ਕਦੀ ਮੋਢੇ ਤੇ ਦਰਦ, ਕਦੀ ਗੋਡੇ ਦਰਦ, ਕਦੀ ਸਿਰ ਵਿੱਚ ਚੱਕਰ ਆ ਰਿਹਾ, ਕਦੀ ਸਮਾਨ ਚੱਕਣ ਵਿੱਚ ਦਿੱਕਤ ਆ ਰਹੀ ਹੈ, ਤੇ 150 ਦਾ ਸ਼ੂਗਰ ਦਾ ਅਸੀਂ ਅੰਮ ਥੋੜੀ ਲੈਣਾ ਹੈ। ਅਸੀਂ ਤਾਂ ਹੈਲਥ ਚਾਹੁੰਦੇ ਆ, ਅਸੀਂ ਤਾਂ ਹਾਈ એનર્ਜੀ ਚਾਹੁੰਦੇ ਆ, ਸਾਡਾ ਪੇਟ ਸਾਫ਼ ਹੋਣਾ ਚਾਹੀਦਾ ਹੈ, ਪੇਟ ਵਿੱਚ ਗੈਸ ਨਹੀਂ ਬਣਨੀ ਚਾਹੀਦੀ। ਸੋ ਅਸਲ ਜਿਹੜੇ ਇੰਡੀਕੇਟਰਸ ਨੇ ਉਹ ਇਹ 8 ਹੈਗੇ ਜਿਹੜੇ ਮੇਨ, ਜਿਹੜੇ ਮੈਂ ਹੁਣ ਆਪ ਜੀ ਨੂੰ ਦੱਸਣ ਦੀ ਕੋਸ਼ਿਸ਼ ਕਰਦਾ ਹਾਂ। ਇਹ 8 ਜੀ ਇੰਡੀਕੇਸ਼ਨ ਹੈਗੇ ਇੱਕ ਹੈਲਦੀ ਇਨਸਾਨ ਦੇ। ਜੇ ਜੀ ਤੁਹਾਡੇ ਇਹ 8 ਪੈਰਾਮੀਟਰਸ ਮੀਟ ਕਰਦੇ ਆ, ਦੈਟ ਮੀਨਸ ਕਿ ਤੁਸੀਂ ਪੂਰੀ ਤਰ੍ਹਾਂ ਠੀਕ ਹੈਗੇ ਆ। ਆંકੜਾ ਕਿੰਨਾ ਵੀ ਹੋਊ, ਇਹਨਾਂ ਦੇ ਨਾਲ ਫਰਕ ਨਹੀਂ ਪੈਂਦਾ। ਸੋ ਪਹਿਲਾ ਜਿਹੜਾ ਪੁਆਇੰਟ ਹੈਗਾ ਉਹ ਹੈਗਾ ਕਿ ਸਵੇਰੇ ਸਵੇਰੇ ਸਾਡਾ ਪੇਟ ਸਾਫ਼ ਹੋ ਜਾਣਾ ਚਾਹੀਦਾ ਆ ਤੇ ਸਰੀਰ ਵਿੱਚ ਗੈਸ ਨਹੀਂ ਬਣਨੀ ਚਾਹੀਦੀ। ਆਪਾਂ ਅਕਸਰ ਅੱਜਕੱਲ ਦੇਖਦੇ ਹਾਂ ਕਿ ਸਾਰਿਆਂ ਨੂੰ ਲਗਭਗ ਗੈਸ ਬਣ ਹੀ ਰਹੀ ਹੁੰਦੀ ਹੈ ਜਾਂ ਸਵੇਰੇ ਜੀ ਪੇਟ ਸਾਫ਼ ਨਹੀਂ ਹੁੰਦਾ ਆ। ਸੋ ਇਹ ਇੱਕ ਵੱਡਾ ਕਾਰਨ ਹੈਗਾ ਕਿ ਅੱਗੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਹੈਲਥ ਦੀ ਇਸ਼ੂਜ਼ ਆਉਣ ਲੱਗੇ ਆ। ਸੋ ਇੱਕ ਤਾਂ ਇਹ ਪੁਆਇੰਟ ਹੋ ਗਿਆ। ਦੂਜਾ ਜੀ ਪੁਆਇੰਟ ਹੋ ਗਿਆ ਕਿ ਸਾਡੇ ਬੋਡੀ ਵਿੱਚ એનર્ਜੀ ਹੋਣੀ ਚਾਹੀਦੀ ਹੈ। ਹਰ ਵੇਲੇ ਹੀ ਸਾਡੇ ਅੰਦਰ ਚੁਸਤੀ ਫੁਰਤੀ ਰਹਿਣੀ ਚਾਹੀਦੀ ਹੈ, ਚਾਹੇ ਕਿੰਨੀ ਵੀ ਉਮਰ ਹੋਵੇ, ਚਾਹੇ ਬੱਚਾ ਹੋਵੇ, ਚਾਹੇ ਬਜ਼ੁਰਗ ਹੋਵੇ, એનર્ਜੀ ਹਰ ਵੇਲੇ ਹੋਣੀ ਹੀ ਚਾਹੀਦੀ ਹੈ। ਭਾਵੇਂ ਹੋ ਸਕਦਾ ਹੈ ਕਿ ਬਜ਼ੁਰਗ ਵਿੱਚ ਜਿਵੇਂ ਕਿ ਉਨੀ ਦੌੜਨ ਦੀ ਸ਼ਮਤਾ ਨਹੀਂ, ਮਤਲਬ ਉਨੀ ਦੇਰ ਤੱਕ ਨਾ ਹੋਵੇ। ਵੈਸੇ ਤਾਂ ਅੱਜਕੱਲ ਤੁਸੀਂ ਦੇਖੋ ਉਮਰ ਦਾ ਕੋਈ ਹੈ ਨਹੀਂ, ਵੱਡੇ ਵੱਡੇ ਵੀ ਅੱਜਕੱਲ ਬੱਚਿਆਂ ਤੋਂ ਵਧੀਆ ਵਧੀਆ ਦੌੜ ਲੈਂਦੇ ਆ, ਹਨਾ। ਜੀ ਸੋ ਇਹ ਤਾਂ ਇੱਕ ਦੂਜਾ ਪੁਆਇੰਟ ਇਹ ਹੋ ਗਿਆ। ਤੀਜਾ ਪੁਆਇੰਟ ਹੋ ਗਿਆ ਕਿ ਸਾਡਾ weight ਜਿਹੜਾ ਹੈ ਉਹ ਨਾਰਮਲ ਹੋਣਾ ਚਾਹੀਦਾ ਹੈ। ਮਤਲਬ weight ਇੰਨਾ ਹੋਵੇ ਕਿ ਜਿਵੇਂ ਫੋਰ ਐਗਜ਼ਾਮਪਲ ਦੇਖੀਏ ਆਪਾਂ ਕਿ ਸਾਡਾ ਪੇਟ ਨਾ ਲਟਕਦਾ ਹੋਵੇ, ਹਨਾ, ਢਿੱਡ ਨਾ ਸਾਡਾ ਬਾਹਰ ਆਉਂਦਾ ਹੋਵੇ, ਇਸ ਤਰ੍ਹਾਂ ਦਾ ਸਾਡਾ weight ਹੋਣਾ ਚਾਹੀਦਾ ਹੈ। ਫਿਰ ਜੀ ਪੇਨ ਫ੍ਰੀ, ਸਾਡੇ ਬੋਡੀ ਵਿੱਚ ਦਰਦਾਂ ਨਹੀਂ ਹੋਣੀ ਚਾਹੀਦੀਆਂ। ਕਦੀ ਜੋੜਿਆਂ ਵਿੱਚ ਦਰਦ ਹੋ ਰਿਹਾ, ਕਦੀ ਮੋਢਿਆਂ ਵਿੱਚ ਦਰਦ ਹੋ ਰਿਹਾ, ਇਸ ਤਰ੍ਹਾਂ ਦੀ, ਜਾਂ ਸਿਰ ਵਿੱਚ ਦਰਦ ਹੋ ਰਿਹਾ, ਇਸ ਤਰ੍ਹਾਂ ਦੇ ਦਰਦ ਨਹੀਂ ਹਰ ਵੇਲੇ ਹੋਣੇ ਚਾਹੀਦੇ ਆ। ਫਿਰ ਸਾਨੂੰ ਭੁੱਖ ਲੱਗਣੀ ਚਾਹੀਦੀ ਹੈ, ਦਿਨ ਵਿੱਚ ਘੱਟੋ ਘੱਟ 1 ਜਾਂ 2 ਵਾਰੀ ਚੰਗੀ ਭੁੱਖ ਲੱਗਣੀ ਚਾਹੀਦੀ ਹੈ, ਜਦ ਆਪਾਂ ਖਾਈਏ। ਅੱਜਕੱਲ ਕੀ ਹੁੰਦਾ ਹੈ ਕਿ ਲੋਕਾਂ ਨੂੰ ਭੁੱਖ ਨਹੀਂ ਲੱਗਦੀ ਹੁੰਦੀ, ਉਹ ਉਦਾਂ ਹੀ ਜਦ ਨਮਕੀਨ ਆਈ ਤਾਂ ਨਮਕੀਨ ਖਾ ਲਿਆ, ਬਿਸਕਿਟ ਆਈ ਬਿਸਕਿਟ ਖਾ ਲਿਆ, ਚਾਹ ਆਈ ਤਾਂ ਚਾਹ ਪੀ ਲਈ, ਪਰ ਭੁੱਖ ਨਹੀਂ ਲੱਗ ਰਹੀ ਹੁੰਦੀ ਅਸਲ ਵਿੱਚ। ਸੋ ਭੁੱਖ ਲੱਗਣੀ ਚਾਹੀਦੀ ਹੈ। ਫਿਰ ਅਗਲਾ ਪੁਆਇੰਟ ਜਿਹੜਾ ਹੈਗਾ ਕਿ ਸਾਡੀ ਜਿਹੜੀ ਸਕਿਨ ਆ, ਜਿਹੜੀ ਸਾਡਾ ਸਰੀਰ ਆ, ਇਹਦੇ ਤੇ ਐਗਜ਼ੀਮਾ, ਸੋਰਾਇਸਿਸ ਜਾਂ ਪਿੰਪਲਸ, ਐਕਨੇ, ਇਹ ਜ਼ਿਆਦਾ ਨਹੀਂ ਹੋਣਾ ਚਾਹੀਦਾ। ਕਦੀ ਕਦੀ ਇੱਕ ਮਾੜਾ ਉਹ ਨਿਕਲ ਆਇਆ ਐਕਨੇ, ਪਿੰਪਲ, ਤਾਂ ਉਹ ਵੱਡੀ ਗੱਲ ਨਹੀਂ ਹੈਗੀ, ਪਰ ਇਸ ਤਰ੍ਹਾਂ ਦੇ ਸਕਿਨ ਡਿਜ਼ੀਜ਼ਸ ਸਾਨੂੰ ਨਹੀਂ ਹੋਣੀ ਚਾਹੀਦੀਆਂ। ਫਿਰ ਇਹ ਚੰਗੀ ਨੀਂਦ ਆਉਣੀ, ਰਾਤ ਨੂੰ ਚੰਗੀ ਸਾਨੂੰ ਨੀਂਦ ਆਉਣੀ ਚਾਹੀਦੀ ਹੈ। ਜੇ ਆਪਾਂ ਸੋ ਗਏ ਤਾਂ 5-10 ਮਿੰਟ ਵਿੱਚ ਵਧੀਆ ਜੀ ਨੀਂਦ ਆ ਜਾਏ ਤੇ 6 ਘੰਟੇ ਲਗਾਤਾਰ ਸਾਨੂੰ ਵਧੀਆ ਨੀਂਦ ਆ ਜਾਏ, ਤੇ ਇੱਕ ਨਿਸ਼ਾਨੀ ਹੈਗੀ ਕਿ ਬੰਦਾ ਹੈਲਦੀ ਹੈਗਾ। ਤੇ ਇੱਕ ਲਾਸਟ ਜਿਹੜਾ ਪੁਆਇੰਟ ਹੈਗਾ, ਇਹ ਮਾਈਂਡ ਤੋਂ ਰਿਲੇਟਡ ਹੈਗਾ ਕਿ ਜੇ ਆਪਾਂ ਸਾਰੀ ਚੀਜ਼ਾਂ ਹੁਣ ਤੱਕ ਦੀ ਠੀਕ ਹੋਣ, ਪਰ ਜਿਹੜੇ ਸਾਡੇ ਮਾਈਂਡ ਆ, ਇਹਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਿਚਾਰ ਹੀ ਚੱਲਦੇ ਰਹਿੰਦੇ ਹੋਣ, ਜਾਂ ਫਿਰ ਅਸੀਂ ਨੈਗੇਟਿਵ ਹੀ ਸੋਚਦੇ ਰਹਿੰਦੇ ਹੋਣ ਹਰ ਵੇਲੇ, ਡਰ ਜਾਂ ਕਿਸੇ ਵਾਸਤੇ ਸਾੜਾ ਜਾਂ ਈਰਖਾ ਜਾਂ ਨਫ਼ਰਤ ਸਾਡੇ ਅੰਦਰ ਭਰੀ ਹੋਏ, ਤੇ ਇਹ ਵੀ ਕੋਈ ਹੈਲਦੀ ਇਨਸਾਨ ਦੀ ਨਿਸ਼ਾਨੀ ਨਹੀਂ ਹੈਗੀ, ਕਿਉਂਕਿ ਮਾਈਂਡ ਦਾ ਅਸਰ ਬੋਡੀ ਤੇ ਪੈਂਦਾ ਹੈ। ਮਹਾਰਾਜ ਸਾਹਿਬ ਨੇ ਕਿਹਾ ਹੈ, ਕਾਮ, ਕ੍ਰੋਧ, ਕਾਇਆ ਕੋ ਗਲ ਹੈ, ਜਿਉ ਕੰਚਨ ਸੁਹਾਗਾ ਟਲ ਹੈ। ਸੁਹਾਗਾ ਟਲ ਹੈ। ਕੀ ਬਾਤ ਹੈ ਜੀ। ਜਿਹੜੇ ਤੁਸੀਂ ਆ 8 ਲੱਛਣ ਦੱਸੇ ਆ, ਇਹ ਤੰਦਰੁਸਤ ਫਿਟ ਇਨਸਾਨ ਦੀਆਂ ਨਿਸ਼ਾਨੀਆਂ ਨੇ, ਤੇ ਜੇ ਉਸ ਦੀ ਸ਼ੂਗਰ ਲੈਵਲ 200 ਤੱਕ ਵੀ ਜਾਂਦੀ ਹੈ ਤੇ ਉਹਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਬਿਲਕੁਲ ਵੀ ਨਹੀਂ। ਤੇ ਜਿਹੜੇ ਆਪਾਂ ਫਿਰ ਮੇਰਾ ਕੁਐਸਚਨ ਉੱਥੇ ਵੀ, ਜਿਹੜੀ ਤੁਸੀਂ ਇਹ ਜਾਣਕਾਰੀ ਦੇ ਰਹੇ ਹੋ ਵੀ ਤੁਹਾਡੀ ਇਨਫੋਰਮੇਸ਼ਨ ਦਾ ਜੇ ਸੋਰਸ ਅਸੀਂ ਮੰਨ ਲਈਏ, ਕੋਈ ਬੰਦਾ 200 ਤੇ ਸ਼ੂਗਰ ਲੈ ਕੇ ਜਾਂਦਾ, ਤਾਂ ਉਹ ਇਸ ਨੂੰ ਕਿਵੇਂ ਸੱਚ ਮੰਨ ਲੇ ਵੀ ਇਹ ਗੱਲ ਬਿਲਕੁਲ ਸੱਚ ਹੈ ਜੀ? ਇਹਦੇ ਵਾਸਤੇ ਉਹਨਾਂ ਨੂੰ ਪੜ੍ਹਨਾ ਪਊਗਾ ਨਾ, ਜਿਹੜਾ ਅਮਰੀਕਨ ਕਾਲਜ ਆਫ ਫਿਜ਼ੀਸ਼ੀਅਨਸ 2018 ਦੀ ਰਿਪੋਰਟ ਹੈ, ਉਹਦੇ ਵਿੱਚ ਲਿਖਿਆ ਹੋਇਆ ਆ ਜੀ। ਹਮ, ਤੇ ਤੁਸੀਂ ਪਤਾ ਲੱਗ ਗਿਆ ਵੀ ਇਹ ਬਿਮਾਰੀ ਦੇ ਲੱਛਣ ਨੇ। ਜੇ ਅਸੀਂ ਮੰਨੀਏ ਵੀ ਇੱਕ ਇਨਸੂਲਿਨ ਦਾ ਅੱਜ ਕੱਲ ਬਹੁਤ ਜ਼ਿਆਦਾ ਰਹਿੰਦਾ ਵੀ ਇਹਨੂੰ ਇਨਸੂਲਿਨ ਦੇ ਇੰਜੈਕਸ਼ਨ ਲੱਗਦੇ ਆ, ਤੇ ਦੂਜੇ ਮਰੀਜ਼ ਇੱਕ ਇਸ ਤਰ੍ਹਾਂ ਦੇ ਆ, ਉਹ ਕਹਿੰਦੇ ਇਹ ਡਾਇਬਟੀਜ਼ ਦੀਆਂ ਗੋਲੀਆਂ ਖਾਂਦਾ। ਇਹ ਦੋਨਾਂ ਦੇ ਵਿੱਚ ਫਰਕ ਕੀ ਹੈ ਜੀ? ਫਰਕ ਇਹ ਆ ਕਿ ਜਿੱਦਾਂ ਮੈਂ ਤੁਹਾਨੂੰ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਕਿ ਇਹ ਛੜਯੰਤਰ ਆ, ਇਹ ਇੱਕ ਸਾਜ਼ਿਸ਼ ਹਾਂ ਹੈਗੀ ਆ। ਹਾਂਜੀ ਉਹਦੇ ਵਿੱਚ ਹੁੰਦਾ ਕੀ ਹੈ ਕਿ ਜਿਵੇਂ ਅਸੀਂ ਡਾਕਟਰ ਕੋਲ ਜਾਂਦੇ ਹਾਂ, ਹੁਣ ਜਿਹੜੇ ਆਪਣੇ ਅੰਕੜੇ ਜਿੱਦਾਂ ਜਿਹਨਾਂ ਉਹਨਾਂ ਨੇ ਘਟਾ ਲਏ, ਹਨਾ, ਜੇ ਹਾਂਜੀ ਬੰਦੇ ਦੀ ਆ ਜਾਂਦੀ ਹੈ ਸ਼ੂਗਰ ਕਿ ਵੀ 120 ਦੇ ਆਸ-ਪਾਸ, ਹਨਾ, ਤੇ ਉਹ ਕਹਿੰਦੇ ਹਾਂਜੀ ਤੁਸੀਂ ਡਾਇਬੀਟਿਕ ਤਾਂ ਨਹੀਂ, ਪਰ ਤੁਸੀਂ ਪ੍ਰੀ ਡਾਇਬੀਟਿਕ ਹੈਗੇ ਆ, ਤੁਹਾਨੂੰ ਡਾਇਬੀਟੀਜ਼ ਹੋਣ ਵਾਲੀ ਹੈ, ਤਾਂ ਤੁਸੀਂ ਜੀ ਇਹ
ਸ਼ੂਗਰ ਦੀ ਗੋਲੀਆਂ ਖਾਣੀ ਸ਼ੁਰੂ ਕਰ ਦਿਓ। ਹੁਣ ਹੋਏਗਾ ਕਿ ਉਹ ਇੱਕ ਗੋਲੀ ਤੋਂ ਸ਼ੁਰੂ ਹੋਏਗਾ ਕੰਮ, ਲੇਕਿਨ ਪ੍ਰਵਿਰਤੀ ਕੀ ਹੈਗੀ ਕਿ ਉਸ ਦਵਾਈ ਦੇ ਨਾਲ ਸ਼ੂਗਰ ਕੰਟਰੋਲ ਨਹੀਂ ਹੋਣ ਵਾਲੀ। ਉਹ ਸ਼ੂਗਰ ਥੋੜ੍ਹੇ ਟਾਈਮ ਬਾਅਦ ਫਿਰ ਵਧੂਗੀ, ਫਿਰ ਇੱਕ ਹੋਰ ਡੋਜ਼ ਹੋਰ ਐਡ ਹੋ ਜਾਊਗੀ, ਥੋੜ੍ਹੇ ਟਾਈਮ ਬਾਅਦ ਫਿਰ ਹੋਰ ਵਧੂਗੀ, ਫਿਰ ਇੱਕ ਹੋਰ ਡੋਜ਼ ਐਡ ਹੋ ਜਾਊਗੀ। ਫਿਰ ਜੇ ਡਾਕਟਰ ਕੋਲ ਜਾਓਗੇ ਤਾਂ ਉਹ ਕਹੂਗਾ ਕਿ ਚਲੋ ਦਵਾਈਆਂ ਨਾਲ ਅਜੇ ਕੰਮ ਨਹੀਂ ਚੱਲ ਰਿਹਾ, ਹੁਣ ਇੰਜੈਕਸ਼ਨ ਲਗਾਉਣਾ ਪਊਗਾ, ਤੇ ਇੰਜੈਕਸ਼ਨ ਇਨਸੂਲਿਨ ਦੇ ਲੱਗਣੇ ਸ਼ੁਰੂ ਹੋ ਜਾਣਗੇ। ਤੇ ਜਦ ਉਹ ਪਹਿਲੀ ਗੋਲੀ ਤੋਂ ਕੰਮ ਸ਼ੁਰੂ ਹੋਇਆ ਸੀ ਤੇ ਮਰਤੇ ਦਮ ਤੱਕ ਆਪਾਂ ਉਹ ਫਿਰ ਇੰਜੈਕਸ਼ਨ ਤੇ ਆ ਜਾਵਾਂਗੇ ਤੇ ਕਦੀ ਇਲਾਜ ਦਾ ਹੋਣ ਨਹੀਂ ਲੱਗਾ, ਕਿਉਂਕਿ ਪਹਿਲਾ ਜਿਹੜਾ ਕਦਮ ਹੀ ਅਸੀਂ ਗਲਤ ਡਾਇਰੈਕਸ਼ਨ ਵਿੱਚ ਲੈ ਲਿਆ ਤੇ ਇਸ ਕਰਕੇ ਫਿਰ ਉਹ ਇਲਾਜ ਕਦੀ ਹੋ ਹੀ ਨਹੀਂ ਸਕਦਾ। ਸੋ ਆਪਾਂ ਨੂੰ ਪਹਿਲੇ ਦਿਨ ਤੋਂ ਹੀ ਦੇਖਣਾ ਚਾਹੀਦਾ ਹੈ ਕਿ ਪਹਿਲੀ ਗੱਲ ਤਾਂ ਸਾਡਾ ਸ਼ੂਗਰ ਨਾਰਮਲ ਹੀ ਸੀਗਾ ਤੇ ਅਸੀਂ ਬੇਮਤਲਬ ਦੀ ਦਵਾਈਆਂ ਖਾ ਰਹੇ ਸੀਗੇ, ਉਹਦੇ ਕਰਕੇ ਆਪਣੇ ਉਹਦੇ ਸਾਈਡ ਇਫੈਕਟ ਆਉਣ ਲੱਗ ਪਏ। ਯਾਨੀ ਕਿ ਇੱਕ ਸ਼ੂਗਰ ਦੀ ਦਵਾਈ ਖਾਣ ਕਰਕੇ ਤੁਹਾਨੂੰ ਅੱਗੇ ਜਾ ਕੇ ਲੀਵਰ ਦੀ ਪ੍ਰੋਬਲਮ ਆਏਗੀ, ਕਿਡਨੀ ਦੀ ਪ੍ਰੋਬਲਮ ਆਏਗੀ, ਹੋਰ ਪ੍ਰੋਬਲਮਸ ਆਉਣਗੀਆਂ, ਤੇ ਮਤਲਬ ਕਿ ਅਸੀਂ ਇੱਕ ਤਰ੍ਹਾਂ ਨਾਲ ਕਸਟਮਰ ਬਣ ਗਏ ਹਸਪੀਟਲ ਦੇ ਹਰ ਡਿਪਾਰਟਮੈਂਟ ਦੇ, ਤੇ ਇੱਕ ਹੀ ਗੋਲੀ ਵੇਚ ਕੇ ਆਪਾਂ ਨੂੰ ਕਿੰਨੇ ਕਿੰਨੇ ਡਿਪਾਰਟਮੈਂਟ ਦਾ ਪੇਸ਼ੈਂਟ ਬਣਾ ਲਿਆ ਗਿਆ। ਸੋ ਇਹ ਚੀਜ਼ ਆ। ਸੋ ਆਪਾਂ ਨੂੰ ਇਨਸੂਲਿਨ ਤੋਂ ਵੀ ਬਚ ਕੇ ਰਹਿਣਾ ਚਾਹੀਦਾ ਹੈ ਤੇ ਜਿਹੜੀ ਮੈਟਾਮੋਰਫਿਨ ਜਿਹੜੀ ਗੋਲੀ ਹੈਗੀ ਉਸ ਤੋਂ ਵੀ ਬਚ ਕੇ ਰਹਿਣਾ ਚਾਹੀਦਾ ਹੈ। ਫਿਰ ਜਿਹੜਾ ਪੇਸ਼ੈਂਟ ਉਹ ਜਾਵੇ ਕਿੱਥੇ ਜੀ? ਜੇ ਤੁਸੀਂ ਕਹਿ ਰਹੇ ਹੋ ਗੋਲੀ ਨਾ ਖਾਓ, ਇਨਸੂਲਿਨ ਦਾ ਇੰਜੈਕਸ਼ਨ ਨਾ ਲਗਾਓ, ਉਹਦੇ ਮਾਈਂਡ ਦੇ ਉੱਤੇ ਪੂਰੇ ਕਿਉਂਕਿ ਸੰਸਾਰ ਦੇ ਵਿੱਚ ਪੂਰੇ ਪਰਿਵਾਰਾਂ ਦੇ ਵਿੱਚ ਸਮਾਜ ਦੇ ਵਿੱਚ ਨੈਗੇਟਿਵਿਟੀ ਇਸ ਪ੍ਰਤੀ ਬਹੁਤ ਜ਼ਿਆਦਾ ਡਰ ਖੌਫ ਪਾਇਆ ਜਾਂਦਾ ਹੈ ਵੀ ਜੇ ਤੇਰੀ ਸ਼ੂਗਰ ਵੱਧ ਗਈ ਤੈਨੂੰ ਹਾਰਟ ਦੀ ਪ੍ਰੋਬਲਮ, ਹਾਰਟ ਅਟੈਕ ਆ ਸਕਦਾ ਹੈ, ਤੈਨੂੰ ਸਟ੍ਰੋਕ ਦੀ ਪ੍ਰੋਬਲਮ ਆ ਸਕਦੀ। ਇਹ ਤਾਂ ਡਰਾਵੇ ਪਹਿਲੇ ਦਿੱਤੇ ਜਾਂਦੇ ਆ। ਤੁਸੀਂ ਕੀ ਰეკਮੈਂਡ ਕਰੋਗੇ ਪੇਸ਼ੈਂਟ ਕਿੱਧਰ ਜਾਵੇ? ਜੀ, ਇੱਥੇ ਜੇ ਆਪਣੀ ਸ਼ੂਗਰ ਜਿਹੜੀ ਹੈ ਨਾਰਮਲ ਲਿਮਿਟ ਤੋਂ, ਜਿਵੇਂ ਮੈਂ ਦੱਸਿਆ ਕਿ 228 ਤੋਂ ਉੱਤੇ ਲਗਾਤਾਰ ਰਹਿਣ ਲੱਗ ਪਈ ਹੈ, ਈਵਨ 228 ਤੋਂ ਉੱਤੇ ਵੀ, ਜਿਵੇਂ ਆਪਾਂ ਇੱਕ ਹੋਰ ਟਰਾਇਲ ਸੀਗਾ ਜਿਹੜਾ ਆਪਣਾ ਦੂਜਾ ਜਿਹੜਾ VADT ਟਰਾਇਲ ਹੋਇਆ ਸੀਗਾ, ਜੇ ਜੀ ਆਪਾਂ ਉਹਨੂੰ ਦੇਖੀਏ ਤੇ ਉਹਦੇ ਵਿੱਚ ਮੀਨ ਜਿਹੜਾ HbA1c ਜਿਹੜਾ ਦੇਖਿਆ ਸੀ ਉਹ 8.4 ਤੱਕ ਸੀਗਾ। ਉਹਨੂੰ ਅਗਰ ਆਪਾਂ ਨਾਰਮਲ ਵਿੱਚ ਕਨਵਰਟ ਕਰੀਏ ਤੇ 244 ਬਣਦਾ ਹੈ। ਤੋ ਜੀ ਕਹਿਣ ਦਾ ਮਤਲਬ ਕਿ ਜੇ 228 ਤੋਂ ਲੈ ਕੇ 244 ਤੱਕ ਵੀ ਹੈਗਾ ਤੇ ਉਹ ਇੰਨਾ ਹਾਈ ਨਹੀਂ ਹੈਗਾ। ਸੋ ਮਤਲਬ 200 ਅਗਰ 228 ਵੀ ਆ ਰਿਹਾ ਤੇ ਅਜੀ ਬਾਰਡਰ ਤੇ ਹੀ ਹੈਗੇ ਆ, ਜੇ ਅਸੀਂ ਡਾਇਬੀਟੀਜ਼ ਦੇ ਪੇਸ਼ੈਂਟ ਹੈਗੇ ਨਹੀਂ ਅਸਲ ਵਿੱਚ। ਸੋ ਇਹ ਜੇ ਇਸ ਤੋਂ ਵੀ ਉੱਤੇ ਬਿਨਾਂ ਦਵਾਈਆਂ ਖਾਏ ਸਾਡਾ ਰਹਿਣ ਲੱਗ ਪਿਆ ਆ, ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਸਾਡੇ ਬੋਡੀ ਵਿੱਚ ਜਿਹੜੀ ਇਨਸੂਲਿਨ ਦੀ ਪ੍ਰੋਡਕਸ਼ਨ ਹੈਗੀ ਜਾਂ ਫੰਕਸ਼ਨਿੰਗ ਹੈਗੀ ਉਸ ਤਰ੍ਹਾਂ ਹੋ ਨਹੀਂ ਪਾ ਰਹੀ, ਜਿਸ ਕਰਕੇ ਸ਼ੂਗਰ ਬਲੱਡ ਵਿੱਚ ਜ਼ਿਆਦਾ ਹੋ ਰਿਹਾ, ਜਿਸ ਕਰਕੇ ਹੁਣ ਸਾਨੂੰ ਪ੍ਰੋਬਲਮ ਆਉਣ ਦੇ ਚਾਂਸਸ ਹੈਗੇ ਆ। ਹੁਣ ਸ਼ੂਗਰ ਬਲੱਡ ਵਿੱਚ ਜ਼ਿਆਦਾ ਹੋਊਗਾ ਤੇ ਜਿਸ ਬੋਡੀ ਦਾ ਸਾਡਾ ਆਰਗਨ ਵੀਕ ਹੋਵੇਗਾ, ਕਮਜ਼ੋਰ ਹੋਵੇਗਾ, ਤੇ ਉੱਥੇ ਇਹ ਜਾਊਗਾ, ਉੱਥੇ ਦੀ ਬਿਮਾਰੀ ਕਰੂਗਾ। ਜਿਵੇਂ ਕਿ ਅਗਰ ਕਿਡਨੀ ਵਿੱਚ ਜਾਊਗਾ ਤੇ ਕਿਡਨੀ ਦੀ ਪ੍ਰੋਬਲਮ ਕਰੂਗਾ, ਜੇ ਅੱਖਾਂ ਵਿੱਚ ਜਾਏਗਾ ਤੇ ਅੱਖਾਂ ਖਰਾਬ ਹੋਣੀਆਂ ਸ਼ੁਰੂ ਹੋਣਗੀਆਂ, ਹੈ ਨਾ। ਜੇ ਪੈਰਾਂ ਵਿੱਚ ਵਾਲੀ ਸਾਈਡ ਜਾਊਗਾ, ਆਪਣੀ ਸਕਿਨ ਦੀ ਸਾਈਡ ਜਾਊਗਾ ਤੇ ਗੈਂਗਰੀਨ ਹੋ ਸਕਦਾ ਹੈ, ਆਪਣਾ ਲੈਗ ਐਂਪੂਟੇਸ਼ਨ ਹੋ ਸਕਦਾ ਹੈ। ਹਾਰਟ ਵਿੱਚ ਜਾਊਗਾ ਤੇ ਹਾਰਟ ਦੀ ਪ੍ਰੋਬਲਮ ਹੋ ਸਕਦੀ ਹੈ। ਬ੍ਰੇਨ ਵਿੱਚ ਜਾਏਗਾ ਤੇ ਪਾਰਕਿੰਸਨ, ਅਲਜ਼ਾਈਮਰ ਹੋ ਸਕਦਾ ਹੈ। ਸੋ ਡਿਫਰੈਂਟ ਡਿਜ਼ੀਜ਼ਸ ਹੋ ਸਕਦੀਆਂ। ਸੋ ਆਪਣਾ ਇਲਾਜ ਕੀ ਹੈਗਾ ਕਿ ਆਪਾਂ ਉਹ ਚੀਜ਼ ਸਿੱਖ ਲਈਏ ਜਿਹਦੇ ਨਾਲ ਸਾਡਾ ਸ਼ੂਗਰ ਆਟੋਮੈਟਿਕਲੀ ਹੀ ਨਾਰਮਲ ਰੇਂਜ ਵਿੱਚ ਆਉਣਾ ਸ਼ੁਰੂ ਹੋ ਜਾਵੇ। ਤੇ ਜਿਹੜੀ ਆਪਾਂ ਹੈਲਦੀ ਪਰਸਨ ਦੀ ਨਿਸ਼ਾਨੀਆਂ ਦੀ ਗੱਲ ਕੀਤੀ ਸੀ, ਉਹ ਅਗਰ ਸਾਡੀ ਬੋਡੀ ਵਿੱਚ ਹੈਲਦੀ ਨਿਸ਼ਾਨੀਆਂ ਨਹੀਂ ਹੈਗੀਆਂ ਤੇ ਉਹ ਹੈਲਦੀ ਨਿਸ਼ਾਨੀਆਂ ਆਉਣ ਲੱਗ ਪੈਣ। ਤੇ ਉਹ ਆਪਾਂ ਅੱਜ ਗੱਲ ਕਰਾਂਗੇ ਉਹਦੇ ਬਾਰੇ। ਹਾਂਜੀ, ਤੁਸੀਂ ਇਹ ਦੱਸ ਸਕਦੇ ਹੋ ਵੀ ਜਿਹੜੀਆਂ ਇਹ ਹੈਲਦੀ ਚੀਜ਼ਾਂ ਨੇ ਸਾਡੇ ਅੰਦਰ, ਤੁਸੀਂ ਕੀ ਸੁਝਾਅ ਦੇਵੋਗੇ ਵੀ ਇਸ ਬਿਮਾਰੀ ਤੋਂ ਨਿਜਾਤ ਪਾਉਣ ਵਾਸਤੇ? ਸਾਨੂੰ ਆਹ ਚੀਜ਼ਾਂ ਤੁਸੀਂ 8 ਤੱਕ ਗਿਣਾ ਦਿੱਤੀਆਂ, ਪਰ ਤੁਸੀਂ ਇਹਦੀ ਪ੍ਰੈਕਟਿਸ ਕਿਵੇਂ ਕੀਤੀ ਜਾ ਸਕਦੀ ਹੈ ਵੀ ਅਸੀਂ ਇਹ ਪ੍ਰੈਕਟਿਸ ਕਰੀਏ? ਹਾਂਜੀ, ਇਹਨੂੰ ਆਪਾਂ ਸਮਝਣ ਵਾਸਤੇ ਕਿ ਇਹ ਕਿਵੇਂ ਠੀਕ ਕਰ ਸਕਦੇ ਹਾਂ, ਪਹਿਲਾਂ ਸਾਨੂੰ ਸਮਝਣਾ ਪਊਗਾ ਕਿ ਇਹ ਪ੍ਰੋਬਲਮ ਆਈ ਕਿਉਂ। ਜਿਵੇਂ ਆਪਾਂ ਗੱਲ ਹਾਂ ਕੀਤੀ ਸੀ ਜੰਕ ਦੇ ਬਾਰੇ, ਜਿਹੜਾ ਆਪਾਂ ਬਾਹਰ ਤੋਂ ਜੰਕ ਖਾਂਦੇ ਆ, ਇਹ ਜਿਹੜਾ ਜੰਕ ਹੈ ਅੰਦਰ ਜਾ ਕੇ ਟੌਕਸਿਨ ਬਣਾਉਂਦਾ ਆ, ਤੇ ਜੀ ਕਿਤੇ ਨਾ ਕਿਤੇ ਸਾਡੇ ਆਰਗਨ ਨੂੰ, ਪੈਨਕ੍ਰੀਆਸ, ਇਨਸੂਲਿਨ ਪ੍ਰੋਡਕਸ਼ਨ ਨੂੰ ਹਾਰਮ ਕਰਦਾ ਹੈ। ਇੱਕ ਤਾਂ ਇਹ ਚੀਜ਼ ਜੀ ਹੋ ਗਈ। ਦੂਜੀ ਚੀਜ਼ ਜਿਹੜੀ ਹੋ ਗਈ, ਜਿਹੜੀ ਸਾਡੀ ਐਕਸਰਸਾਈਜ਼ ਨਹੀਂ ਕਰਦੇ, ਆਪਾਂ ਹਰ ਵੇਲੇ ਘਰੇ ਹੀ ਬੈਠੇ ਰਹਿੰਦੇ ਆ, ਇਹ ਸਾਰੀ ਚੀਜ਼ਾਂ, ਇਸ ਕਰਕੇ ਵੀ ਟੌਕਸਿਨ ਬੋਡੀ ਵਿੱਚ ਜ਼ਿਆਦਾ ਬਣਦੇ ਆ। ਤੇ ਜਿਹੜੀ ਵੱਡੀ ਗੱਲ ਇਹ ਆ ਕਿ ਆਪਾਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਹੀ ਗੇਹੂੰ ਖਾਈ ਜਾ ਰਹੇ ਹਾਂ ਜਾਂ ਚਾਵਲ ਹੀ ਖਾਈ ਜਾ ਰਹੇ ਹਾਂ। ਆਪਾਂ ਇੱਕ ਹੀ ਅਨਾਜ ਤੇ ਪੂਰਾ ਫੋਕਸ ਕੀਤਾ ਹੋਇਆ, ਜਿਸ ਕਰਕੇ ਕਿਤੇ ਨਾ ਕਿਤੇ, ਕਿਉਂਕਿ ਉਹਨਾਂ ਦੀ ਜਿਹੜੀ ਸ਼ੂਗਰ ਰਿਲੀਜ਼ ਹੁੰਦੀ ਹੈ ਉਹ ਬਹੁਤ ਛੇਤੀ ਕਰ ਦਿੰਦਾ ਹੈ ਸ਼ੂਗਰ ਨੂੰ ਰਿਲੀਜ਼। ਸੋ ਐਜ਼ ਅ ਰਿਜ਼ਲਟ ਬਲੱਡ ਵਿੱਚ ਫਟਾਫਟ ਸ਼ੂਗਰ ਜਾ ਕੇ ਵੜ ਜਾਂਦਾ ਹੈ, ਤੇ ਜਿਹਦੇ ਕਰਕੇ ਸ਼ੂਗਰ ਸਾਡਾ ਹਾਈ ਰਹਿਣ ਲੱਗ ਪੈਂਦਾ ਹੈ। ਸੋ ਆਪਾਂ ਇਹ ਚੀਜ਼ਾਂ ਨੂੰ ਆਪਾਂ ਨੂੰ ਬਦਲਣਾ ਪਊਗਾ, ਖਾਣ ਪੀਣ ਦੇ ਸਿਸਟਮ ਨੂੰ ਬਦਲਣਾ ਪਊਗਾ। ਸੋ ਅੱਜ ਮੈਂ ਤੁਹਾਨੂੰ ਉਹ ਡਾਈਟ ਦੱਸਣ ਵਾਲਾ ਹਾਂ ਜਿਸ ਦੇ ਨਾਲ ਬਿਲਕੁਲ ਬਹੁਤ ਹੀ ਛੇਤੀ ਆਪਣੀ ਸ਼ੂਗਰ ਨੂੰ ਨਾਰਮਲ ਰੇਂਜ ਵਿੱਚ ਲੈ ਆਵਾਂਗੇ। ਤੇ ਮੈਕਸਿਮਮ, ਜੇ ਕੋਈ ਇਨਸੂਲਿਨ ਡਿਪੈਂਡੈਂਟ ਨਹੀਂ ਹੈਗਾ, ਯਾਨੀ ਕਿ ਲਗਾਤਾਰ ਕਈ ਸਾਲਾਂ ਤੋਂ ਇੰਜੈਕਸ਼ਨ ਨਹੀਂ ਲੈ ਰਿਹਾ, ਸਿਰਫ ਅੱਜ ਦਵਾਈਆਂ ਤੇ ਹੀ ਹੈਗਾ, ਤੇ ਉਹ ਬਹੁਤ ਹੀ ਛੇਤੀ ਵੇਖੂਗਾ ਕਿ ਕੁਝ ਹੀ ਹਫ਼ਤਿਆਂ ਵਿੱਚ, ਮਹੀਨਿਆਂ ਵਿੱਚ ਤਾਂ ਸ਼ੂਗਰ ਜਿਹੜਾ ਹੈ ਉਹ ਬਿਨਾਂ ਦਵਾਈਆਂ ਤੋਂ ਹੀ ਨਾਰਮਲ ਰੇਂਜ ਵਿੱਚ ਆਉਣ ਲੱਗ ਪਊਗਾ। ਸੋ ਹਾਂਜੀ, ਡਾਈਟ ਇਹ, ਹਾਂਜੀ। ਪਲੀਜ਼ ਸੋ ਉਹ ਅਸੀਂ ਬੜੇ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਾਂ ਵੀ ਤੁਸੀਂ ਸਾਡੇ ਦਰਸ਼ਕਾਂ ਨੂੰ ਉਹ ਡਾਈਟ ਪਲਾਨ ਜ਼ਰੂਰ ਦੱਸੋ ਵੀ ਆਹ ਕੰਮ ਜ਼ਰੂਰ ਕਰੋ ਜੀ ਤੁਸੀਂ। ਜੀ, ਮੈਂ ਸਵੇਰ ਤੋਂ ਉੱਠਣ ਤੋਂ ਲੈ ਕੇ ਰਾਤ ਤੱਕ ਸੌਣ ਦਾ ਸਾਰਾ ਸਿਸਟਮ ਵੇਰਵਾ ਦੱਸ ਦਿੰਦਾ ਆ ਇੱਕ ਹਾਂਜੀ ਪਲੀਜ਼। ਐਵਰੇਜ ਜਨਰਲ ਪੇਸ਼ੈਂਟ ਵਾਸਤੇ। ਸੋ ਸਵੇਰੇ ਲਗਭਗ ਆਪਾਂ ਨੂੰ, ਪਹਿਲੀ ਗੱਲ ਤਾਂ ਸਵੇਰੇ ਛੇਤੀ ਉੱਠਣਾ ਚਾਹੀਦਾ ਆ। ਸੋ ਸਵੇਰ ਤੋਂ ਆਪਾਂ ਜਿਵੇਂ ਗੱਲ ਕਰੀਏ ਤੇ ਗੁਰੂ ਸਾਹਿਬ ਨੇ ਜਿਵੇਂ ਸਾਨੂੰ ਦੱਸਿਆ ਆ ਕਿ ਅੰਮ੍ਰਿਤ ਵੇਲੇ ਉੱਠਣ ਵਾਸਤੇ,
ਤੇ ਜੇ ਅਸੀਂ ਅੰਮ੍ਰਿਤ ਵੇਲੇ ਉੱਠ ਸਕਦੇ ਹਾਂ ਤਾਂ ਬੈਸਟ ਹੈਗਾ, ਨਹੀਂ ਤਾਂ ਘੱਟੋ ਘੱਟ ਸਾਨੂੰ ਸਵੇਰੇ 6 ਵਜੇ ਦੇ ਆਸ-ਪਾਸ ਜਾਂ 5 ਵਜੇ ਦੇ ਆਸ-ਪਾਸ ਉੱਠ ਹੀ ਜਾਣਾ ਚਾਹੀਦਾ ਆ। ਸੋ ਜੀ ਸਵੇਰੇ-ਸਵੇਰੇ ਉੱਠ ਕੇ ਆਪਾਂ ਨੂੰ ਬਿਨਾਂ ਬਰੱਸ਼ ਕੀਤੇ ਹੀ 1 ਜਾਂ 2 ਗਲਾਸ ਪਾਣੀ ਨੂੰ ਸਿਪ-ਸਿਪ ਕਰਕੇ ਪੀ ਲੈਣਾ ਚਾਹੀਦਾ ਹੈ। ਇਹ ਇਸ ਕਰਕੇ ਹੈ ਕਿ ਜਿਹੜੀ ਰਾਤ ਦੀ ਜਿਹੜੀ ਲਾਰ ਸਾਡੇ ਮੂੰਹ ਵਿੱਚ ਬਣਦੀ ਹੈ, ਇਹ ਹੈਲਦੀ ਹੁੰਦੀ ਹੈ। ਜੇ ਆਪਾਂ ਉਹਨੂੰ ਬਿਨਾਂ ਬਰੱਸ਼ ਕੀਤੇ ਹੀ ਪਾਣੀ ਪੀ ਲਈਏ ਤੇ ਉਹ ਅੰਦਰ ਜਾ ਕੇ ਸਾਨੂੰ ਬੈਨੀਫਿਟ ਕਰਦੀ ਹੈ। ਫਿਰ ਉਤੋਂ 2 ਘੰਟੇ ਬਾਅਦ, 1.5 ਘੰਟੇ ਬਾਅਦ ਲਗਭਗ 7-8 ਵਜੇ ਦੇ ਆਸ-ਪਾਸ ਸਾਨੂੰ ਇੱਕ ਸਬਜ਼ੀ ਦਾ ਜੂਸ ਪੀਣਾ ਚਾਹੀਦਾ ਆ। ਜੀ ਸਬਜ਼ੀ ਦੇ ਜੂਸ ਵਿੱਚ ਕਿਹੜੇ-ਕਿਹੜੇ ਜੂਸ ਪੀ ਸਕਦੇ ਹਾਂ ਆਪਾਂ, ਜਿਵੇਂ ਕਿ ਗਾਜਰ ਦਾ ਜੂਸ ਹੋ ਗਿਆ, ਪਾਲਕ ਦਾ ਜੂਸ ਹੋ ਗਿਆ, ਇਸੀ ਤਰ੍ਹਾਂ ਆਪਣਾ ਲੌਕੀ ਦਾ ਜੂਸ ਹੋ ਗਿਆ, ਜਾਂ ਫਿਰ ਸਫੇਦ ਪੇਠੇ ਦਾ ਜੂਸ ਹੋ ਗਿਆ, ਜਾਂ ਫਿਰ ਕੋਈ ਸਬਜ਼ੀ ਦਾ ਜੂਸ ਨਹੀਂ ਮਿਲਦਾ ਤਾਂ ਨਾਰੀਅਲ ਪਾਣੀ ਜਿਹੜਾ ਹੁੰਦਾ ਫਰੈਸ਼ ਉਹ ਆਪਾਂ ਪੀ ਸਕਦੇ ਹਾਂ। ਸੋ ਇਹ ਹੋ ਗਿਆ ਆਪਣਾ ਸਵੇਰ ਦਾ ਜਿਹੜੀ ਫਰਸਟ ਚੀਜ਼ ਆਪਾਂ ਲੈਣੀ ਹੈ। ਜੀ ਇਸ ਤੋਂ ਬਾਅਦ ਹੁਣ ਜਿਹੜੀ ਅਗਲੀ ਚੀਜ਼ ਆ ਉਹ ਹੈ 9 ਵਜੇ ਤੋਂ ਲੈ ਕੇ 12 ਵਜੇ ਦੇ ਵਿਚਕਾਰ ਸਾਨੂੰ ਫਲ ਖਾਣੇ ਆ। ਜੀ ਫਲ ਕਿਹੜਾ ਖਾਣਾ ਹੈ? ਕੋਈ ਵੀ ਫਲ ਖਾ ਸਕਦੇ ਹਾਂ, ਜਿੰਨੇ ਮਿੱਠੇ ਫਲ ਖਾਣੇ ਆ ਉਨੇ ਮਿੱਠੇ ਫਲ ਖਾ ਸਕਦੇ ਹਾਂ। ਡਾਕਟਰ ਨੇ ਅਗਰ ਕਿਹਾ ਹੈ ਕਿ ਤੁਸੀਂ ਅੰਬ ਨਹੀਂ ਖਾਣਾ ਤੇ ਤੁਸੀਂ ਸਾਰਾ ਕੋਟਾ ਹੁਣ ਪੂਰਾ ਕਰ ਲਓ, ਜਿੰਨੇ ਅੰਬ ਖਾਣ ਦਾ ਜੀ ਕਰੇ ਉਨੇ ਅੰਬ ਆਪਾਂ ਹੁਣ ਖਾ ਸਕਦੇ ਹਾਂ। ਅੰਗੂਰ ਖਾ ਸਕਦੇ ਹਾਂ, ਸੰਤਰੇ ਖਾ ਸਕਦੇ ਹਾਂ, ਮੌਸਮੀ ਖਾ ਸਕਦੇ ਹਾਂ, ਸੇਬ ਖਾ ਸਕਦੇ ਹਾਂ, ਨਾਸ਼ਪਤੀ ਖਾ ਸਕਦੇ ਹਾਂ, ਔਰ ਜਿੰਨੀ ਕੁਆਂਟੀਟੀ ਵਿੱਚ ਖਾਣ ਦਾ ਜੀ ਕਰੇ ਉਨੇ ਖਾ ਸਕਦੇ ਹਾਂ। ਜਿਵੇਂ ਕਿ ਹੁਣ 9:30 ਵਜੇ ਮੰਨ ਲਓ ਤੁਸੀਂ ਇੱਕ ਪਲੇਟ ਫਲ ਖਾ ਲਿਆ ਹੈ ਨਾ, ਉਸ ਤੋਂ ਬਾਅਦ ਤੁਹਾਨੂੰ ਫਿਰ 11 ਵਜੇ ਭੁੱਖ ਲੱਗੀ ਤਾਂ ਫਿਰ ਦੁਬਾਰਾ ਫਲ ਖਾ ਲਵੋ। ਯਾਨੀ ਕਿ 9 ਤੋਂ ਲੈ ਕੇ 12 ਵਜੇ ਦੇ ਵਿਚਕਾਰ ਸਿਰਫ ਫਲ ਖਾਣੇ ਆ। ਜੀ ਇਹ ਤੋਂ ਬਾਅਦ ਹੁਣ ਸਾਡਾ 12 ਵਜੇ ਤੋਂ ਬਾਅਦ ਆਏਗਾ ਲੰਚ ਦਾ ਟਾਈਮ। ਹੁਣ ਜੀ ਆਪਾਂ ਜਿਹੜਾ ਮੇਨ ਹੈਵੀ ਵਾਲਾ ਮੀਲ ਕਰਨਾ, ਜਿਹੜਾ ਆਪਣਾ ਰੋਟੀ ਪ੍ਰਸ਼ਾਦੇ ਵਾਲਾ, ਉਹ ਆਪਾਂ ਹਾਂਜੀ ਕਰਨਾ। ਉਹਦੇ ਵਿੱਚ ਕੀ ਹੈ ਕਿ ਸਾਨੂੰ 2 ਪਲੇਟਾਂ ਲੈਣੀਆਂ ਨੇ। ਜੀ ਇੱਕ ਪਲੇਟ ਵਿੱਚ ਹੋਣਗੀਆਂ ਕੱਚੀ ਸਬਜ਼ੀਆਂ, ਜੀ ਜਿਹੜੀ ਆਪਾਂ ਸਲਾਦ ਦੇ ਰੂਪ ਵਿੱਚ ਖਾ ਸਕਦੇ ਹਾਂ, ਜਿਵੇਂ ਕਿ ਖੀਰਾ, ਟਮਾਟਰ, ਗਾਜਰ, ਮੂਲੀ, ਜਾਂ ਜਿਹੜੀ ਵੀ ਸਲਾਦ ਦੀ ਚੀਜ਼ ਤੁਸੀਂ ਲਾਈਕ ਕਰਦੇ ਹੋ ਉਹ ਤੁਸੀਂ ਖਾ ਸਕਦੇ ਹੋ। ਥੋੜੀ ਜਿਹੀ ਨਾਰੀਅਲ ਦੀ ਗਿਰੀ ਉਹਦੇ ਤੇ ਪਾ ਸਕਦੇ ਹੋ, ਥੋੜੇ ਬਹੁਤ ਡਰਾਈ ਫਰੂਟਸ ਉਹਦੇ ਤੇ ਪਾ ਸਕਦੇ ਹੋ, ਥੋੜੇ ਬਹੁਤ ਸਪਰਾਊਟਸ ਪਾ ਸਕਦੇ ਹੋ, ਤੇ ਥੋੜਾ ਬਹੁਤ ਕਾਲਾ ਨਮਕ ਜਾਂ ਆਪਣਾ ਨਿੰਬੂ ਵੀ ਉੱਤੇ ਤੇ ਪਾ ਸਕਦੇ ਹੋ। ਸੋ ਇਹ ਕੱਚੀ ਜਿਹੜੀ ਸਬਜ਼ੀਆਂ ਹੈਗੀਆਂ ਉਹ ਖਾਣੀਆਂ ਨੇ ਪਹਿਲਾਂ ਇੱਕ ਪਲੇਟ ਵਿੱਚ। ਜਦ ਇਹ ਜੀ ਚੰਗੀ ਤਰ੍ਹਾਂ ਖਾ ਲਿਆ ਆਪਾਂ ਨੇ, ਉਸ ਤੋਂ ਬਾਅਦ ਆਪਾਂ ਰੋਟੀ ਪ੍ਰਸ਼ਾਦਾ ਸ਼ੁਰੂ ਕਰਨਾ ਆ। ਉਸ ਤੋਂ ਪਹਿਲਾਂ ਰੋਟੀ ਪ੍ਰਸ਼ਾਦਾ ਨਹੀਂ ਖਾ ਸਕਦੇ। ਤੇ ਯਾਨੀ ਕਿ ਜਦ ਤੱਕ ਆਪਾਂ ਸਲਾਦ ਨਹੀਂ ਖਾਦਾ ਤਦ ਤੱਕ ਰੋਟੀ ਪ੍ਰਸ਼ਾਦਾ ਨਹੀਂ ਖਾਣਾ। ਪਰ ਅੱਜ ਸਾਡੇ ਦਾ ਰਿਵਾਜ ਇਦਾਂ ਚੱਲਿਆ ਵੀ ਇੱਕ ਗਰਾਈ ਸਲਾਦ ਦੀ, ਇੱਕ ਪ੍ਰਸ਼ਾਦੇ ਦੀ, ਇਸ ਤਰ੍ਹਾਂ ਦੋਨਾਂ ਨੂੰ ਇਕੱਠਾ ਮਿਲਾ ਕੇ ਖਾਂਦੇ ਆ। ਹਾਂ, ਇਸੇ ਕਰਕੇ ਉਹ ਜ਼ਿਆਦਾ ਇਕੱਠਾ ਮਿਲਾਉਣ ਕਰਕੇ ਹੀ ਉਹ ਗੜਬੜ ਸਾਡੇ ਹੋ ਜਾਂਦੀ ਹੈ ਨਾ। ਸੋ ਜੀ ਉਹ ਹੈ ਐਕਚੁਅਲੀ ਗੱਲ ਇਹ ਹੈ ਕਿ ਜਿਹੜਾ ਅਨਾਜ ਹੁੰਦਾ ਹੈ ਉਹਨੂੰ ਪਚਣ ਵਿੱਚ ਸਮਾਂ ਜ਼ਿਆਦਾ ਲੱਗਦਾ ਹੈ। ਜਿਹੜਾ ਸਲਾਦ ਹੈ ਉਹ ਬਹੁਤ ਛੇਤੀ ਪਚ ਜਾਂਦਾ ਹੈ ਤੇ ਅੰਦਰ ਜਾ ਕੇ ਉਹ ਕਲੀਨਿੰਗ ਦਾ ਕੰਮ ਕਰ ਦਿੰਦਾ ਹੈ। ਤੇ ਇੱਕ ਉਹਦੇ ਵਿੱਚ ਨਾ ਐਕਚੁਅਲੀ ਕੀ ਹੁੰਦਾ ਹੈ ਕਿ ਜਿਹੜਾ ਸਲਾਦ ਆ, ਜਿਹੜਾ ਕੱਚਾ ਆ, ਉਹ ਅਜੇ ਅਸੀਂ ਗਰਮ ਨਹੀਂ ਕੀਤਾ, ਹੀਟ ਨਹੀਂ ਕੀਤਾ, ਕੁੱਕ ਨਹੀਂ ਕੀਤਾ। ਇਸ ਕਰਕੇ ਉਹਦੇ ਅੰਦਰ ਜਿਹੜੇ ਲਿਵਿੰਗ ਐਂਜ਼ਾਈਮਸ ਨੇ ਉਹ ਅਜੇ ਤੱਕ ਜੀਵਿਤ ਨੇ। ਉਹਨਾਂ ਨੂੰ ਜੀ ਪਤਾ ਹੈ ਅੰਦਰ ਜਾ ਕੇ ਕਿੱਥੇ ਨਿਊਟ੍ਰੀਸ਼ਨ ਨੂੰ ਭੇਜਣਾ ਆ। ਤੇ ਜਦ ਆਪਾਂ ਉਹਨੂੰ ਪਹਿਲਾਂ ਖਾ ਲੈਂਦੇ ਆ ਤੇ ਜਿਹੜਾ ਅਗਲਾ ਆਉਣ ਵਾਲਾ ਭੋਜਨ ਹੈ ਉਹਨੂੰ ਉਹ ਸਹੀ ਡਾਇਰੈਕਸ਼ਨ ਪ੍ਰੋਵਾਈਡ ਕਰਦਾ ਹੈ ਤੇ ਉਹ ਆਪਣੀ ਜਗ੍ਹਾ ਤੇ ਜਾ ਕੇ ਆਪਣਾ ਕੰਮ ਕਰਦਾ ਹੈ। ਸੋ ਇਸ ਜੀ ਕਰਕੇ ਸਲਾਦ ਨੂੰ ਪਹਿਲਾਂ ਖਾਵਾਂਗੇ ਤੇ ਉਹ ਜ਼ਿਆਦਾ ਦਵਾਈ ਦਾ ਰੂਪ ਕੰਮ ਕਰੂਗਾ। ਸੋ ਲੇਕਿਨ ਕਦੀ ਵੀ ਸਲਾਦ ਨੂੰ ਰੋਟੀ ਖਾਣ ਤੋਂ ਬਾਅਦ ਨਹੀਂ ਖਾਣਾ, ਫਿਰ ਹਮੇਸ਼ਾ ਗੈਸ ਬਣੇਗੀ ਜਾਂ ਇਸ ਤਰ੍ਹਾਂ ਦੀ ਕੋਈ ਨਾ ਕੋਈ ਦਿੱਕਤ ਜ਼ਿਆਦਾ ਆਊਗੀ। ਸੋ ਪਹਿਲਾਂ ਸਲਾਦ ਖਾ ਲਿਆ ਇੱਕ ਪਲੇਟ ਪੂਰਾ ਭਰ ਕੇ ਚੰਗੀ ਤਰ੍ਹਾਂ, ਲਗਭਗ 400-500 ਗ੍ਰਾਮ ਜਾਂ 350 400-500 ਗ੍ਰਾਮ ਘੱਟੋ ਘੱਟ ਖਾਣਾ ਆ। ਇੰਨਾ ਖਾਣ ਤੋਂ ਬਾਅਦ ਫਿਰ ਤੁਸੀਂ ਆਪਣਾ ਪ੍ਰਸ਼ਾਦਾ ਛਕ ਸਕਦੇ ਆ। ਪ੍ਰਸ਼ਾਦੇ ਵਿੱਚ ਕੀ ਹੋ ਸਕਦਾ ਜੀ? ਪ੍ਰਸ਼ਾਦੇ ਵਿੱਚ ਨਾਰਮਲੀ ਜਿਹੜਾ ਘਰ ਦਾ ਆਪਣਾ ਵੈਜੀਟੇਰੀਅਨ ਫੂਡ ਹੁੰਦਾ ਹੈ ਉਹ ਖਾਣਾ ਆ। ਲੇਕਿਨ ਕੋਸ਼ਿਸ਼ ਕਰਨੀ ਚਾਹੀਦੀ ਹੈ ਘੱਟ ਮਸਾਲੇ ਤੇ ਘੱਟ ਤੇਲ, ਨਮਕ, ਇਹ ਚੀਜ਼ਾਂ ਘੱਟ ਯੂਜ਼ ਕਰੀ, ਜ਼ਿਆਦਾ ਛੇਤੀ ਫਰਕ ਪਊਗਾ ਉਹਦੇ ਨਾਲ। ਲੇਕਿਨ ਜੀ ਸਭ ਤੋਂ ਵਧੀਆ ਤਰੀਕਾ ਹੈ ਕਿ ਜੇ ਗੇਹੂੰ ਤੇ ਆਪਣੀ ਚਾਵਲ ਨੂੰ ਹਟਾ ਕੇ ਇਹਦੀ ਜਗ੍ਹਾ ਅਗਰ ਆਪਾਂ ਕੋਦਰੇ ਦਾ ਆਟਾ ਦੀ ਰੋਟੀ ਬਣਾ ਕੇ ਖਾਈਏ, ਕੋਦਰੇ ਦਾ ਕੁਝ ਬਣਾ ਕੇ ਖਾਈਏ ਤੇ ਬਹੁਤ ਛੇਤੀ ਫਰਕ ਪੈਂਦਾ ਆ, ਆਪਾਂ ਦੇਖਿਆ ਆ। ਕਿਉਂਕਿ ਇਹ ਕੋਦਰਾ ਕੀ ਕਰਦਾ ਹੈ, ਇੱਕ ਤਾਂ ਜਿਵੇਂ ਤੁਹਾਨੂੰ ਪਤਾ ਹੈ ਕਿ ਗੁਰੂ ਸਾਹਿਬ ਨੇ ਵੀ ਭਾਈ ਲਾਲੋ ਜੀ ਦੇ ਘਰ ਗਏ ਸੀ ਤਾਂ ਉੱਥੇ ਕੋਦਰੇ ਦਾ ਪ੍ਰਸ਼ਾਦ ਛਕਿਆ ਸੀਗਾ। ਤੇ ਜਿਹੜਾ ਬਿਲਕੁਲ ਜੀ ਕੋਦਰਾ ਆ ਇਹ ਬਲੱਡ ਵਿੱਚ ਸ਼ੂਗਰ ਨੂੰ ਹੌਲੀ ਰਿਲੀਜ਼ ਕਰਦਾ ਆ, ਇੱਕਦਮ ਨਹੀਂ ਗੇਹੂੰ ਵਾਂਗ ਭੇਜਦਾ। ਤੋ ਇਹ ਛੇਤੀ ਬਿਮਾਰੀ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦਾ ਹੈ। ਫਿਰ ਆਪਾਂ ਜੀ ਹੁਣ ਇਸ ਤੋਂ ਬਾਅਦ ਗੱਲ ਕਰੀਏ ਡਿਨਰ ਦੀ। ਪਰ ਡਿਨਰ ਤੋਂ ਪਹਿਲਾਂ ਕਈ ਵਾਰੀ ਕੀ ਹੁੰਦਾ ਕਿ ਸਾਨੂੰ ਭੁੱਖ ਲੱਗ ਜਾਂਦੀ ਹੈ, ਸਨੈਕਸ ਖਾਣ ਦਾ ਜੀ ਕਰਦਾ ਆ। ਤੋ ਉਹ ਲਗਭਗ 4-5 ਵਜੇ 4-5 ਵਜੇ ਦੇ ਆਸ-ਪਾਸ ਦਾ ਜਿਹੜਾ ਸਮਾਂ ਹੋ ਬਿਲਕੁਲ ਗਿਆ। ਜੀ ਸੋ ਜੀ ਉਹਦੇ ਵਿੱਚ ਆਪਾਂ ਜੇ ਚਾਹੀਏ ਤੇ ਆਪਾਂ ਕੋਈ ਵੀ ਸਬਜ਼ੀ ਦਾ ਜੂਸ ਲੈ ਸਕਦੇ ਹਾਂ, ਜਿਵੇਂ ਗਾਜਰ ਦਾ ਜੂਸ ਪੀ ਲਿਆ, ਜਾਂ ਫਿਰ ਅਸੀਂ ਕੋਈ ਸੰਤਰੇ ਜਾਂ ਮੌਸਮੀ ਦਾ ਜੂਸ ਪੀ ਸਕਦੇ ਹਾਂ, ਜਾਂ ਫਿਰ ਆਪਾਂ ਇੱਕ ਹਰਬਲ ਟੀ ਬਣਾ ਕੇ ਪੀ ਸਕਦੇ ਹਾਂ। ਉਹਦੇ ਵਿੱਚ ਕੀ ਹੋਏਗਾ, ਤੁਲਸੀ ਹੋਵੇਗੀ, ਦਾਲਚੀਨੀ, ਅਦਰਕ ਤੇ ਇਸ ਤਰ੍ਹਾਂ ਦੀ ਜਿਹੜੀ ਕਾਲੀ ਮਿਰਚ, ਜਿਹੜੀ ਚੀਜ਼ਾਂ ਆਪਾਂ ਪਾਉਂਦੇ ਆ ਉਹ ਪਰ ਉਹਦੇ ਦੁੱਧ ਨਹੀਂ ਪਾਉਣਾ, ਸਿਰਫ ਪਾਣੀ ਵਿੱਚ ਪਾ ਕੇ ਉਹਨੂੰ ਆਪਾਂ ਨੂੰ ਆਰਾਮ ਨਾਲ ਪੀ ਲੈਣਾ ਹੈ। ਜਾਂ ਫਿਰ ਨਾਰੀਅਲ ਪਾਣੀ ਪੀ ਸਕਦੇ ਹਾਂ, ਤੇ ਨਾਰੀਅਲ ਦੀ ਗਿਰੀ ਖਾ ਸਕਦੇ ਹਾਂ, ਜਾਂ ਇਸ ਤਰ੍ਹਾਂ ਦੀ ਖਜੂਰ ਖਾ ਸਕਦੇ ਹਾਂ, ਡਰਾਈ ਫਰੂਟਸ ਖਾ ਸਕਦੇ ਹਾਂ। ਇਸ ਤਰ੍ਹਾਂ ਦੀ ਵਧੀਆ ਚੀਜ਼ਾਂ ਲੈ ਜੀ ਸਕਦੇ ਹਾਂ। ਲੇਕਿਨ ਬਾਹਰ ਦਾ ਕੋਈ ਕੋਕਾ ਕੋਲਾ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਲੈਣੀ ਆ। ਜੀ ਫਿਰ ਆਪਾਂ ਡਿਨਰ ਵੱਲ ਆਉਂਦੇ ਹਾਂ। ਹੁਣ ਡਿਨਰ ਜਿਹੜਾ ਹੈਗਾ ਉਹ ਵੀ ਬਿਲਕੁਲ ਜਿੱਦਾਂ ਆਪਾਂ ਲੰਚ ਕੀਤਾ ਸੀ ਉਦਾਂ ਹੀ ਕਰਨਾ ਹੈ। ਇੱਕ ਪਲੇਟ ਪੂਰਾ ਭਰ ਕੇ ਸਲਾਦ ਖਾਣਾ ਆ, ਉਸ ਤੋਂ ਜੀ ਬਾਅਦ ਆਪਾਂ ਨੂੰ ਰੋਟੀ ਸਬਜ਼ੀ ਆਪਣੀ ਖਾਣੀ ਆ। ਸੋ ਇਹ ਸਾਡਾ ਹੋ ਗਿਆ ਪੂਰਾ ਦਿਨ ਤੋਂ, ਸਵੇਰ ਤੋਂ ਲੈ ਕੇ ਰਾਤ ਤੱਕ ਦਾ ਸ਼ਡਿਊਲ। ਇੱਕ ਚੀਜ਼ ਖਾਸ ਔਰ ਖਿਆਲ ਰੱਖਣਾ ਹੈ ਕਿ ਖਾਣਾ ਖਾਣ ਦੇ ਨਾਲ ਕਦੀ ਵੀ ਪਾਣੀ ਨਹੀਂ ਪੀਣਾ, ਮਤਲਬ ਨਾਲ ਪਾਣੀ ਪੀਤਾ ਤੇ ਗਰਾਈ ਖਾਧੀ ਉੱਦਾਂ ਨਹੀਂ। ਹਾਂ ਖਾਣਾ ਖਾਣ ਤੋਂ 1 ਘੰਟੇ ਬਾਅਦ ਹੀ ਪਾਣੀ ਪੀਣਾ ਆ। ਨਹੀਂ, ਤੁਸੀਂ ਜਿਹੜਾ ਇਹ ਸਕੇਜੂਲ ਬਣਾ ਕੇ ਦਿੱਤਾ,
ਇਹ ਬਹੁਤ ਜ਼ਿਆਦਾ ਸੁਖੈਨ ਹੈ, ਤੁਸੀਂ ਸਾਨੂੰ ਸਾਡੇ ਦਰਸ਼ਕਾਂ ਨੂੰ ਦੱਸਿਆ। ਹੁਣ ਮੇਰਾ ਇੱਕ ਲਾਸਟ ਸਵਾਲ ਜਿਹੜਾ ਬਹੁਤ ਜ਼ਿਆਦਾ ਆਮ ਮਰੀਜ਼ਾਂ ਦੇ ਉੱਤੇ ਅਪਲਾਈ ਕਰਦਾ ਵੀ ਉਹ ਬਾਰ-ਬਾਰ ਆਪਣੀ ਸ਼ੂਗਰ ਸਵੇਰੇ ਸ਼ਾਮ ਟੈਸਟ ਕਰਦੇ ਆ, ਵੀ ਕੀ ਇਹ ਜਿਹੜੀ ਰਿਵਾਜ ਬਣਿਆ ਹੋਇਆ ਅੱਜ-ਕੱਲ੍ਹ ਵੀ ਹਰ ਇੱਕ ਦੇ ਘਰ ਆਪਣੀ ਇੱਕ ਮਸ਼ੀਨ ਰੱਖੀ ਹੋਈ ਹੈ, ਉਹ ਚੈੱਕ ਕਰਦੇ ਰਹਿੰਦੇ ਆ, ਤੁਸੀਂ ਉਹਨਾਂ ਦੀ ਬਾਬਤ ਕੀ ਕਹੋਗੇ? ਇਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸ਼ੂਗਰ ਕੋਈ ਬਾਰ-ਬਾਰ ਚੈੱਕ ਕਰਨ ਵਾਲੀ ਚੀਜ਼ ਨਹੀਂ ਹੈਗੀ ਆ। ਖਾਸ ਕਰ ਜਦ ਅਜੇ ਨਵੀਂ-ਨਵੀਂ ਸ਼ੂਗਰ ਹੈਗੀ ਜਾਂ ਫਿਰ ਅਸੀਂ ਹੈਲਦੀ ਹੈਗੇ ਆ, ਫਿਰ ਸਾਨੂੰ ਇਸ ਤਰ੍ਹਾਂ ਕਰਨ ਦੀ ਲੋੜ ਨਹੀਂ ਹੈਗੀ, ਕਿਉਂਕਿ ਜਿਹੜੇ ਮੈਂ ਪੁਆਇੰਟਸ ਦੱਸੇ ਸੀਗੇ, ਜੇ ਆਪਣੇ ਉਹ ਪੁਆਇੰਟਸ ਠੀਕ ਨੇ ਫਿਰ ਸਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਆ। ਪਰ ਜੇ ਜੀ, ਆਪਾਂ ਨੂੰ ਕਾਫੀ ਟਾਈਮ ਤੋਂ ਸ਼ੂਗਰ ਹੈਗੀ ਤੇ ਅਸੀਂ ਇਸ ਡਾਇਟ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਾਂ, ਹੁਣ ਇਸ ਡਾਇਟ ਤੇ ਆਉਣ ਲੱਗੇ ਹਾਂ, ਤਾਂ ਫਿਰ ਸਾਨੂੰ ਸ਼ੂਗਰ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਕਿ ਹੁਣ ਸਵੇਰੇ ਕਿੰਨੀ ਸੀਗੀ, ਦੁਪਹਿਰੇ ਕਿੰਨੀ ਹੈ, ਰਾਤੀ ਕਿੰਨੀ ਹੈ, ਕਿੰਨਾ ਕੁ ਫਰਕ ਪੈ ਰਿਹਾ ਹੈ। ਉਸ ਹਿਸਾਬ ਨਾਲ ਸਾਨੂੰ ਮੈਡੀਸਿਨ ਨੂੰ ਐਡਜਸਟ ਕਰਨਾ ਪਊਗਾ, ਕਿਉਂਕਿ ਮੈਡੀਸਿਨ ਹੀ ਤਾਂ ਐਡਜਸਟ ਕਰਨੀ ਹੈ ਨਾ ਆਪਾਂ ਨੂੰ, ਕਿਉਂਕਿ ਲੰਬੇ ਟਾਈਮ ਵਿੱਚ ਤਾਂ ਆਪਾਂ ਬਿਨਾਂ ਹਾਂਜੀ, ਮੈਡੀਸਿਨ ਤੋਂ ਹੈਲਦੀ ਜੀਵਨ ਜੀਣਾ ਚਾਹੁੰਦੇ ਆ। ਤੇ ਜੀ, ਮੈਡੀਸਿਨ ਐਕਸਪਲੇਨ ਕਰਨ ਤੋਂ ਪਹਿਲਾਂ ਮੈਂ ਕੁਝ ਪਰਹੇਜ਼ ਦੱਸਣਾ ਚਾਹੁੰਦਾ ਹਾਂ ਕਿ ਇਸ ਡਾਇਟ ਬਿਲਕੁਲ ਦੇ ਜੀ, ਨਾਲ ਜਿਹੜੇ ਪਰਹੇਜ਼ ਵੀ ਸਾਨੂੰ ਰੱਖਣੇ ਪੈਣਗੇ। ਉਹ ਜੀ, ਪਰਹੇਜ਼ ਮੇਨ ਕੀ ਹੈਗੇ? ਦੋ ਮੇਨ ਪਰਹੇਜ਼ ਹੈਗੇ। ਕੋਈ ਵੀ ਚੀਜ਼ ਜੋ ਫੈਕਟਰੀਆਂ ਤੋਂ ਨਿਕਲ ਕੇ ਆਉਂਦੀ ਹੈ, ਜਿਵੇਂ ਡੱਬਿਆਂ ਵਿੱਚ ਪੈਕ ਹੋ ਕੇ ਆਉਂਦੀਆਂ ਨੇ, ਉਹ ਸਾਨੂੰ ਨਹੀਂ ਲੈਣੀਆਂ। ਜਿਵੇਂ ਕਿ ਆਪਣੇ ਚਿਪਸ ਹੋ ਗਏ, ਆਪਣੀ ਕੋਕਾ ਕੋਲਾ ਹੋ ਗਈਆਂ, ਜਾਂ ਕੋਈ ਵੀ ਰਿਫਾਈਨਡ ਆਈਟਮਸ ਹੋ ਗਈਆਂ, ਜਾਂ ਪ੍ਰੋਸੈਸ ਬਾਹਰੋਂ ਕੁਝ ਤਲਾ ਭੁਨਿਆ, ਇਹ ਚੀਜ਼ਾਂ ਖਾਣੀਆਂ। ਜਿਹੜੀ ਵੀ ਤੁਹਾਨੂੰ ਇਸ ਤਰ੍ਹਾਂ ਟ੍ਰੋਪਿਕਾਨਾ ਹੋ ਗਿਆ, ਜੋ ਵੀ ਚੀਜ਼ਾਂ ਡੱਬੇ ਬੰਦ ਆਉਂਦੀਆਂ ਨੇ, ਇਹ ਸਾਨੂੰ ਸਾਰੀਆਂ ਹੀ ਚੀਜ਼ਾਂ ਨੂੰ ਛੱਡਣਾ ਪਊਗਾ। ਤੇ ਦੂਜੀ ਚੀਜ਼ ਜਿਹੜੀ ਵੀ ਚੀਜ਼ ਜਾਨਵਰਾਂ ਤੋਂ ਆਉਂਦੀ ਹੈ, ਬਿਲਕੁਲ ਛੱਡਣੀ ਪਊਗੀ, ਜਿਵੇਂ ਅੰਡਾ, ਨੌਨ ਵੈਜ ਤੇ ਮੱਛਲੀ ਮਾਸ। ਤੇ ਇਸ ਤੋਂ ਇਲਾਵਾ ਦੁੱਧ ਦੀ ਚੀਜ਼ਾਂ ਵੀ, ਜਦ ਤੱਕ ਤੁਸੀਂ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦੇ, ਦੁੱਧ ਦੀ ਚੀਜ਼ਾਂ ਵੀ ਛੱਡ ਦੇਣੀਆਂ ਚਾਹੀਦੀਆਂ ਨੇ, ਕਿਉਂਕਿ ਇਹਦੇ ਨਾਲ ਵੀ ਸ਼ੂਗਰ ਸਾਡਾ ਵੱਧਦਾ ਹੈ। ਦੁੱਧ, ਦਹੀਂ, ਘਿਓ, ਮੱਖਣ, ਪਨੀਰ ਜਦ ਤੱਕ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦੇ, ਤਦ ਤੱਕ ਤਾਂ ਛੱਡ ਹੀ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਧੁੱਪ ਵਿੱਚ ਬਹਿਣਾ ਬਹੁਤ ਜ਼ਰੂਰੀ ਹੈਗਾ। ਸਵੇਰੇ ਦੀ ਧੁੱਪ, ਜਿਹੜੀ ਸਨਰਾਈਜ਼ ਦੀ ਧੁੱਪ ਆ, ਜਿਹੜੀ ਸਨਸੈਟ ਸ਼ਾਮ ਦੀ ਧੁੱਪ ਆ, ਅੱਧਾ ਘੰਟਾ ਸਵੇਰੇ, ਅੱਧਾ ਘੰਟਾ ਸ਼ਾਮ, ਆਪਣੀ ਬੋਡੀ ਨੂੰ, ਆਪਣੀ ਸਕਿਨ ਨੂੰ ਧੁੱਪ ਨਾਲ ਐਕਸਪੋਜ਼ ਕਰਨਾ ਚਾਹੀਦਾ ਆ। ਸੋ ਇਹ ਜਿਹੜੇ ਮੇਨ ਪੁਆਇੰਟਸ ਨੇ। ਜੀ, ਤੁਸੀਂ ਅੱਜ ਸਾਡੇ ਦਰਸ਼ਕਾਂ ਨੂੰ ਸ਼ੂਗਰ ਦੀ ਬਾਬਤ ਬਹੁਤ ਸੋਹਣੇ ਤਰੀਕੇ ਦੇ ਨਾਲ ਐਕਸਪਲੇਨ ਕੀਤਾ। ਅਸੀਂ ਬਹੁਤ ਧੰਨਵਾਦ ਕਰਦੇ ਹਾਂ ਤੇ ਲਾਸਟ ਵਿੱਚ ਤੁਸੀਂ ਜਿਹੜੇ ਨਵੇਂ-ਨਵੇਂ ਪੇਸ਼ੈਂਟ ਬਣੇ ਆ ਇਹਦੇ, ਤੁਸੀਂ ਉਹਨਾਂ ਨੂੰ ਕੋਈ ਖਾਸ ਟਿਪਸ ਦੇਣਾ ਚਾਹੋ, ਮੈਸੇਜ ਦੇਣਾ ਚਾਹੋ? ਇੱਥੇ 3 ਚੀਜ਼ਾਂ ਮੈਂ ਦੱਸਣੀ ਚਾਹੁੰਦਾ ਹਾਂ। ਪਹਿਲੀ ਚੀਜ਼ ਤਾਂ ਇਹ ਹੈਗੀ ਕਿ ਜਿਹੜੇ ਨਵੇਂ-ਨਵੇਂ ਪੇਸ਼ੈਂਟ ਬਣੇ ਆ, ਪਹਿਲਾਂ ਤਾਂ ਚੈੱਕ ਕਰੋ ਕਿ ਤੁਸੀਂ ਪੇਸ਼ੈਂਟ ਸੀਗੇ ਕਿ ਨਹੀਂ ਸੀਗੇ, ਜਾਂ ਐਵੇਂ ਹੀ ਤੁਸੀਂ ਦਵਾਈ ਲੈ ਰਹੇ ਹੋ। ਫਿਰ ਜੀ, ਤੁਹਾਨੂੰ ਲੱਗਿਆ ਕਿ ਜੇ ਬਿਨਾਂ ਦਵਾਈਆਂ ਤੋਂ ਤੁਹਾਡੀ ਸ਼ੂਗਰ ਆਲਰੇਡੀ 228 ਜਾਂ 250 ਤੋਂ ਥੱਲੇ ਹੈਗੀ, ਤਾਂ ਤੁਹਾਨੂੰ ਦਵਾਈਆਂ ਲੈਣ ਦੀ ਲੋੜ ਨਹੀਂ ਹੈਗੀ। ਅਗਰ ਥੋੜ੍ਹੀ ਜਿਹੀ ਵੀ ਇਹ ਡਾਇਟ ਫੋਲੋ ਕਰਨੀ ਸ਼ੁਰੂ ਕਰ ਦੋਗੇ, ਤੇ ਆਟੋਮੈਟਿਕਲੀ ਉਹ ਨਾਰਮਲ ਹੋਣੀ ਸ਼ੁਰੂ ਹੋ ਜਾਏਗੀ। ਫਿਰ ਜਿਹੜੇ ਲਗਭਗ 4-5 ਸਾਲਾਂ ਤੋਂ ਦਵਾਈਆਂ ਲੈ ਰਹੇ ਨੇ, ਤੇ ਉਹਨਾਂ ਦੀ ਦਵਾਈ ਲੈਣ ਤੋਂ ਬਾਅਦ ਵੀ ਸ਼ੂਗਰ ਜਿਹੜੀ ਹੈ 250 ਤੱਕ ਰਹਿੰਦੀ ਹੈ, ਫਿਰ ਇਸ ਡਾਇਟ ਨੂੰ ਲਗਾਤਾਰ 3 ਮਹੀਨੇ ਚੰਗੀ ਤਰ੍ਹਾਂ ਫੋਲੋ ਕਰਨ ਤੇ ਧੀਰੇ-ਧੀਰੇ ਆਪਣੀ ਦਵਾਈਆਂ ਨੂੰ ਘਟਾਉਂਦੇ ਜਾਣ। ਹੁਣ ਆਪਾਂ ਉਹ ਵੀ ਗੱਲ ਕਰਦੇ ਹਾਂ ਕਿ ਦਵਾਈਆਂ ਨੂੰ ਕਿੱਦਾਂ ਘਟਾਉਣਾ ਆ। ਉਹਨੂੰ ਦੇਖਣ ਵਾਸਤੇ ਕੀ ਹੈਗਾ ਕਿ ਜਿਹੜੀ ACP ਗਾਈਡਲਾਈਨਸ 2018 ਦੀ ਮੈਂ ਗੱਲ ਕੀਤੀ ਸੀਗੀ, ਉਹਦੇ ਅੰਦਰ ਲਿਖਿਆ ਆ ਕਿ ਜੇ ਕਿਸੇ ਦੀ HbA1c ਜਿਹੜੀ ਹੈਗੀ, ਉਹਨੂੰ ਆਪਾਂ ਨਾਰਮਲ ਸ਼ਬਦਾਂ ਵਿੱਚ ਅਗਰ ਕਨਵਰਟ ਕਰੀਏ, 170 ਆ ਜਾਂਦੀ ਹੈ। ਯਾਨੀ ਕਿ ਜੀ, 170 ਉਹਦੀ mg ਪਰ ਡੈਸੀਲੀਟਰ ਵਿੱਚ ਅਗਰ ਕਾਊਂਟਿੰਗ ਆ ਜਾਂਦੀ ਹੈ, ਤੇ ਉਹਨੂੰ ਮੈਡੀਸਿਨ ਨੂੰ ਘਟਾ ਲੈਣਾ ਚਾਹੀਦਾ ਆ। ਜਿਵੇਂ ਕਿ ਜੀ, ਅਗਰ ਤੁਸੀਂ 2 ਗੋਲੀਆਂ ਖਾ ਰਹੇ ਸੀਗੇ ਸਵੇਰੇ ਸ਼ਾਮ, ਜੀ, ਤੇ 2 ਗੋਲੀ ਸਵੇਰੇ ਸ਼ਾਮ ਖਾ ਕੇ ਤੁਹਾਡਾ ਸ਼ੂਗਰ ਆਉਂਦਾ ਸੀਗਾ ਲਗਭਗ ਖਾਣਾ ਖਾਣ ਤੋਂ 2 ਘੰਟੇ ਬਾਅਦ 200 ਦੇ ਆਸ-ਪਾਸ। ਜੀ, ਤੇ ਤੁਸੀਂ ਇਹ ਡਾਇਟ ਸ਼ੁਰੂ ਕਰ ਲਈ, ਤੇ ਤੁਸੀਂ ਦੇਖਿਆ ਕਿ ਡਾਇਟ ਸ਼ੁਰੂ ਕਰਨ ਤੋਂ ਬਾਅਦ ਤੁਹਾਡੀ ਸ਼ੂਗਰ ਜਿਹੜੀ ਹੈ 170 ਤੱਕ ਆਉਣ ਲੱਗ ਪਈ ਹੈ। ਹੁਣ ਤੁਸੀਂ ਕੀ ਕਰਨੀ ਹੈ? ਥੋੜੀ ਜਿਹੀ ਡੋਜ਼ ਨੂੰ ਘਟਾਉਣਾ ਪੈਣਾ। ਇੱਕ ਟਾਈਮ ਦੀ ਡੋਜ਼ ਨੂੰ ਘਟਾ ਲਓ। ਫਿਰ 2-3 ਦਿਨ ਦੇਖੋ ਸ਼ੂਗਰ ਆਪਣੀ ਚੈੱਕ ਕਰਕੇ, ਫਿਰ ਤੁਸੀਂ ਡਾਇਟ ਫੋਲੋ ਕਰੋਗੇ, ਤੁਹਾਨੂੰ ਪਤਾ ਲੱਗ ਜਾਏਗਾ ਕਿ ਅਜੇ ਵੀ ਸ਼ੂਗਰ ਉਨੀ ਹੀ ਆ ਰਹੀ ਹੈ। ਮਤਲਬ ਕਿ ਜਿਹੜੀ ਡਾਇਟ ਆ, ਉਹ ਦਵਾਈ ਦਾ ਕੰਮ ਕਰਨ ਲੱਗ ਪਈ ਹੈ। ਜੀ, ਫਿਰ ਥੋੜੀ ਆਪਣੀ ਅੱਧੀ ਦੀ ਡੋਜ਼ ਘਟਾ ਦਿਓ। ਫਿਰ 3-4 ਦਿਨ ਦੇਖੋ, ਹਫ਼ਤਾ ਕੁ ਦੇਖੋ, ਫਿਰ ਜਦ ਤੁਹਾਨੂੰ ਪਤਾ ਲੱਗਿਆ ਕਿ ਹੁਣੇ ਵੀ 170 ਤੋਂ ਥੱਲੇ ਆ ਰਹੀ ਹੈ, ਤੇ ਉਹ ਵਾਲੀ ਡੋਜ਼ ਵੀ ਬਿਲਕੁਲ ਹਟਾ ਦਿਓ, ਤੇ ਫਿਰ ਡਾਇਟ ਨੂੰ ਕੰਟੀਨਿਊ ਰੱਖੋ। ਤੁਸੀਂ ਦੇਖੋਗੇ ਤੁਹਾਡੀ ਸ਼ੂਗਰ ਨਾਰਮਲ ਹੀ ਰਹਿਣ ਲੱਗ ਪਊਗੀ। ਇਹ ਉਹਨਾਂ ਵਾਸਤੇ ਆ ਜਿਨ੍ਹਾਂ ਨੂੰ ਜਿਹੜੀ ਸ਼ੂਗਰ ਆ ਅਜੇ 5 ਸਾਲ ਹੋਏ ਆ, ਤੇ ਉਮਰ ਜਿਹੜੀ ਹੈ 45 ਤੋਂ ਥੱਲੇ ਹੈਗੀ ਆ, ਤੇ ਹੋਰ ਬਹੁਤ ਸਾਰੀ ਡਿਫਰੈਂਟ ਕਿਡਨੀ ਦੀ ਪ੍ਰੋਬਲਮ ਜਾਂ ਮਲਟੀਪਲ ਡਿਜ਼ੀਜ਼ ਨਹੀਂ ਹੈਗੀਆਂ। ਤੋ ਇਸ ਤਰ੍ਹਾਂ ਉਹ ਸੇਫਲੀ ਉਹਨੂੰ ਘਟਾ ਕੇ ਆਪਣੇ ਆਪ ਨੂੰ ਠੀਕ ਕਰ ਸਕਦੇ ਹਨ। ਲੇਕਿਨ ਮੈਂ ਇੱਥੇ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਕਈ ਵਾਰੀ ਕੀ ਹੁੰਦਾ, ਕਿਸੇ ਦੀ ਉਮਰ ਅਗਰ ਜ਼ਿਆਦਾ ਹੈਗੀ, ਕਾਫੀ ਸਾਰੀ ਬਿਮਾਰੀਆਂ ਇਕੱਠੀਆਂ ਹੈਗੀਆਂ ਨੇ, ਤੇ ਨਾਲ ਦਵਾਈਆਂ ਵੀ ਕਾਫੀ ਸਾਰੀ ਲੈ ਰਹੀਆਂ ਨੇ, ਤੇ ਉਹਨਾਂ ਨੂੰ ਸੁਪਰਵਿਜ਼ਨ ਦੇ ਅੰਡਰ ਹੀ ਇਹ ਡਾਇਟ ਫੋਲੋ ਕਰਨੀ ਚਾਹੀਦੀ ਹੈ। ਕਿਉਂਕਿ ਮਨ ਵਿੱਚ ਉਹਨਾਂ ਨੂੰ ਵਿਸ਼ਵਾਸ ਤਾਂ ਹੋ ਗਿਆ ਕਿ ਡਾਇਟ ਕੰਮ ਕਰਦੀ ਹੈ, ਲੇਕਿਨ ਇੱਕ ਗਾਈਡ ਚਾਹੀਦਾ ਹੁੰਦਾ ਹੈ ਕਿ ਭਈ ਹੁਣ ਮਨ ਵਿੱਚ ਸਵਾਲ ਆਇਆ ਕਿ ਗੈਸ ਬਣ ਰਹੀ ਹੈ, ਹੁਣ ਕੀ ਕਰੀਏ, ਪੇਟ ਖਰਾਬ ਹੋ ਰਿਹਾ, ਹੁਣ ਕੀ ਕਰੀਏ। ਥੋੜੀ ਦੇਰ ਬਾਅਦ ਕੋਈ ਨਾ ਕੋਈ ਸਵਾਲ ਆਉਂਦਾ ਹੈ, ਤੇ ਇਸ ਕਰਕੇ ਉਹ ਸੁਪਰਵਿਜ਼ਨ ਵਿੱਚ ਇਸ ਚੀਜ਼ ਨੂੰ ਫੋਲੋ ਕਰਨਗੇ, ਤੇ ਉਹਨਾਂ ਨੂੰ ਜ਼ਿਆਦਾ ਫਾਇਦਾ ਮਿਲੂਗਾ। ਤੇ ਇੱਥੇ ਇੱਕ ਗੱਲ ਹੋਰ ਵੀ ਹੈਗੀ ਕਿ ਜੇ ਮੰਨ ਲਓ ਤੁਸੀਂ ਸੁਪਰਵਿਜ਼ਨ ਵਿੱਚ ਜਾਂਦੇ ਆ, ਤੇ ਉਹ 2-3 ਮਹੀਨੇ ਫੋਲੋ ਕਰ ਲੈਂਦੇ ਆ, ਤਾਂ ਤੁਸੀਂ ਸੋਚੋ ਕਿ ਤੁਸੀਂ ਪੂਰੀ ਲਾਈਫ ਆਪਣੀ ਉਸ ਬਿਮਾਰੀ ਤੋਂ ਠੀਕ ਹੋ ਜਾਂਦੇ ਹੋ, ਇੰਸਟੈਡ ਆਫ ਕਿ ਪੂਰੀ ਲਾਈਫ ਦਵਾਈ ਖਾਣ ਦੇ, ਫਿਰ ਹਸਪਤਾਲ ਵਿੱਚ ਜਾ ਕੇ ਆਪਰੇਸ਼ਨ ਕਰਾਉਣ ਦੇ। ਉਸ ਤੋਂ ਤਾਂ ਬੈਟਰ ਹੈ ਕਿ ਆਪਾਂ 3 ਮਹੀਨੇ ਸਿਰਫ ਆਪਣੀ ਡਾਇਟ ਫੋਲੋ ਕਰਕੇ ਚੰਗੀ ਤਰ੍ਹਾਂ ਠੀਕ ਹੋ ਜਾਈਏ। ਤੇ ਜਿਹੜੇ ਇਨਸੂਲਿਨ ਡਿਪੈਂਡੈਂਟ ਪੇਸ਼ੈਂਟਸ ਨੇ, ਜਿਹੜੇ ਰੋਜ਼ ਇੰਜੈਕਸ਼ਨ ਲਗਾਉਂਦੇ ਆ, ਉਹਨਾਂ ਜੀ। ਵਾਸਤੇ ਤਾਂ ਡਾਇਟ ਜਿਹੜੀ ਹੈ ਕੰਮ ਕਰੂਗੀ, ਲੇਕਿਨ ਥੋੜਾ ਟਾਈਮ ਜ਼ਿਆਦਾ ਲੱਗੂਗਾ। ਪਰ ਜੇ ਉਹ ਸੁਪਰਵਿਜ਼ਨ ਵਿੱਚ ਕਰਾਉਣ, ਤੇ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਮਿਲੂਗਾ।
ਜੇ ਤੁਹਾਡੇ ਨਾਲ ਕਿਸੇ ਨੇ ਸਿੱਧਾ ਡਾਇਰੈਕਟ ਕੰਟੈਕਟ ਕਰਨਾ ਹੋਵੇ, ਤੁਹਾਡੇ ਨਾਲ ਕੋਈ ਸਵਾਲ ਕਰਨੇ ਹੋਣ, ਤੁਹਾਡੇ ਕੋਲੋਂ ਕੋਈ ਸਲਾਹ ਲੈਣੀ ਹੋਵੇ, ਤਾਂ ਕਿੱਦਾਂ ਤੁਹਾਡੇ ਨਾਲ ਕਨੈਕਸ਼ਨ ਤੁਹਾਡੇ ਨਾਲ ਕੰਟੈਕਟ ਕਿਵੇਂ ਕਰ ਸਕਦਾ? ਹਾਂਜੀ, ਇੱਕ ਤਾਂ ਮੇਰਾ YouTube ਚੈਨਲ ਹੈਗਾ, ਉਹਦੇ ਤੇ ਮੈਂ ਸਾਰੀ ਐਜੂਕੇਸ਼ਨਲ ਵੀਡੀਓਜ਼ ਬਣਾਉਂਦਾ ਹਾਂ ਗੋ ਸਾਤਵਿਕ ਤੇ। ਮੇਰੀ ਵੈਬਸਾਈਟ ਹੈਗੀ gosatvik.ca, GOSATVIK.ca। ਇਸ ਵੈਬਸਾਈਟ ਦੇ ਉੱਤੇ ਮੈਂ ਆਪਣੀ ਕੰਟੈਕਟ ਡਿਟੇਲਸ ਵੀ ਪਾਈਆਂ ਨੇ, ਸਾਰੀ ਵੀਡੀਓਜ਼ ਵੀ ਪਾਈਆਂ ਨੇ, ਹੋਰ ਵੀ ਚੀਜ਼ਾਂ ਹੈਗੀਆਂ ਕਰੋਨਾ ਬਾਰੇ, ਤੇ ਸਾਰੀ ਉਹ ਚੀਜ਼ਾਂ ਵੇਖ ਸਕਦੇ ਆ। ਤੇ ਜੇ ਡਾਇਰੈਕਟਲੀ ਗੱਲ ਹੀ ਕਰਨੀ ਹੈਗੀ ਤੇ WhatsApp ਨੰਬਰ ਜਿਹੜਾ ਮੇਰਾ ਹੈਗਾ ਉਹ ਇੰਡੀਆ ਦਾ ਜਿਹੜਾ ਹੈਗਾ 9718422691। ਇਸ ਨੰਬਰ ਤੇ WhatsApp ਤੇ ਮੈਸੇਜ ਕਰ ਸਕਦੇ ਆ, ਫਿਰ ਆਪਾਂ ਕੰਸਲਟੇਸ਼ਨ ਤੁਸੀਂ ਆਪਾਂ ਗੱਲ ਤੇ ਕਰ ਉਹਨੂੰ ਟਾਈਮ ਦੇ ਸਕਦੇ ਹੋ। ਹੂੰ। ਤੁਹਾਡਾ ਬਹੁਤ ਧੰਨਵਾਦ ਜੀ, ਤੁਸੀਂ ਆਪਣੇ ਬਿਜੀ ਸਕੈਜੂਲ ਵਿੱਚੋਂ ਸਾਡੇ ਦਰਸ਼ਕਾਂ ਲਈ ਸਮਾਂ ਕੱਢਿਆ। ਤੇ ਪਿਆਰੇ ਦਰਸ਼ਕੋ, ਅਸੀਂ ਵੀ ਕੋਸ਼ਿਸ਼ ਕਰਾਂਗੇ ਅੱਗੇ ਨੂੰ ਵੀ ਅਸੀਂ ਇਸੇ ਤਰ੍ਹਾਂ ਦੀਆਂ ਵੀਡੀਓਜ਼ ਤੁਹਾਡੇ ਅੱਗੇ ਲੈ ਕੇ ਆਵਾਂਗੇ। ਜੇ ਤੁਸੀਂ ਕੋਈ ਖਾਸ ਟੌਪਿਕ ਦੇ ਉੱਤੇ ਗੱਲ ਬਾਤ ਭਾਈ ਸਾਹਿਬ ਦੇ ਨਾਲ ਸੁਣਨਾ ਚਾਹੁੰਦੇ ਹੋ ਵੀ ਹਾਂ ਇਸ ਬਿਮਾਰੀ ਦੀ ਬਾਬਤ ਜ਼ਰੂਰ ਗੱਲ ਕੀਤੀ ਜਾਵੇ, ਤੇ ਅਸੀਂ ਬਿਲਕੁਲ ਪੰਜਾਬੀ ਲੋਕ ਚੈਨਲ ਦੇ ਦਰਸ਼ਕਾਂ ਲਈ ਉਹ ਵੀਡੀਓ ਜ਼ਰੂਰ ਲੈ ਕੇ ਆਵਾਂਗੇ। ਤੇ ਸਮੇਂ-ਸਮੇਂ ਤੇ ਅਸੀਂ ਹੋਰ ਵੀ ਜਿਹੜੀਆਂ ਪ੍ਰੋਬਲਮਸ ਜਿਹੜੀਆਂ ਚੱਲਦੀਆਂ ਨੇ ਉਹਨਾਂ ਦੇ ਲਈ ਵੀ ਭਾਈ ਸਾਹਿਬ ਨਾਲ ਜ਼ਰੂਰ ਡਿਸਕਸ ਕਰਾਂਗੇ। ਥੈਂਕ ਯੂ ਵੈਰੀ ਮਚ। ਥੈਂਕ ਯੂ ਸੋ ਮਚ ਫॉर ਇਨਵਾਈਟਿੰਗ ਮੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਜੀ ਕੀ ਫਤਿਹ। ਫਤਿਹ।